श्री वाहिगुरु जी। गुरु नानक पद पंकज बंदन, पद पंकज बंदन। सिमरो अंगद दुख निकंदन, अमरदास गुर हृदय त्यावो जी, हृदय त्यावो। श्री गुरु रामदास गुण, गुर अर्जन विघ्नन के नासक, विघ्नन के ना। हर गोबिंद शुभ सुमत पर का, श्री हर राय नमो कर जोरी, नमो कर जोरी। श्री हर कृष्ण मनाएब, तेग बहादुर परम कृपाला जी, परम कृपा। श्री गुरु गोबिंद सिंह वैसा, तरो तरा कर पुन पुन सीसा जी, पुन पुन। बंदों बार बार जगदीसा, एक अंकारा सतगुरु तेह प्रसाद सच होए। वाहिगुरु जी की फतेह है, विघ्न विनाशन सोय। वाहिगुरु जी की फतेह है, विघ्न विनाशन सोए। सतनाम श्री वाहिगुरु साहिब जीओ। दोहरा करे सगुन सब व्याके, जे तक ब्रिप बताए। श्री गुरु हर गोबिंद जी दूल्ह रहे सुहाए। वाहिगुरु जी का खालसा, वाहिगुरु जी की फतेह। जुग हो जुग अटल, चबर शतर तख्त के मालिक, दीन दुनिया के वाली। सतगुरु धन धन श्री गुरु ग्रंथ साहिब जी महाराज, गुरुदेव जी की पावन पवित्र हजूरी अंदर, संध्या के पावन सजे दीवाना विच हाजरियां भर रही गुरु स्वरूप साध संगत जी, आप जी बड़भागी हो लड़ीवार गुर इतिहास की कथा सरवण कर रहे हो। कल दे दीवाना विच सरवण कीता सी गुरु हरगोबिंद साहिब जी महाराज मदरी पिंड दे विच बिराजे ने। उत्थों दे रहण वाले भाई मानक जी, जिन्हां नूं पंजवें पातशाह अपनियां निशानियां दे के गए सन, उन्हां ने ये कथा सुनाई कि उन्हां कोले निशानियां किवें पहुंचियां। भाई कदारा जी, जिन्हां नूं हजीरां दा रोग सी, भाई साहब भाई गुरदास जी ने उन्हां नूं और भाई कल्याणा जी ने कहा भी तुसीं बेनती करो महाराज नूं तुहाडा रोग ठीक हो जाए। ये गल सुन के भाई कदारा जी आखण लगे भी जे गुरु साहब कोलों कुछ मंगना है तो मैं अबचल सुख मंगांगा। ये शरीर दा की है, अज है कल नूं इहने मिट जाना। शरीर दे सुख शरीर नाल ही मिट जाने। तो ये गल सुन के भाई गुरदास जी, भाई जेठा होर जिन्ने भी सिख बैठे बड़े खुश होए। और भाई गुरदास जी ने उन्होंने आख्या भी जो गल तुसी आखी है भी वो बिल्कुल ठीक है, बिल्कुल सही है।
ਪਰ ਤੁਸੀਂ ਸਾਡਾ ਬਚਨ ਮੰਨੋ ਵੀ ਇੱਥੇ ਗੁਰੂ ਸਾਹਿਬ ਦਾ ਜੋੜਾ ਪਿਆ ਹੋਇਆ ਹੈ ਤੇ ਸਤਿਗੁਰਾਂ ਦਾ ਜੋੜਾ ਲੈ ਕੇ ਆਪਣੀ ਗਰਦਨ ਦੇ ਚਫੇਰੇ ਫੇਰ ਲਓ। ਇਹ ਗੱਲ ਸੁਣ ਕੇ ਭਾਈ ਗੁਰਦਾਸ ਜੀ ਦੀ ਭਾਈ ਕੇਦਾਰਾ ਨੇ ਮਹਾਰਾਜ ਦਾ ਜਿਹੜਾ ਜੋੜਾ ਸੀ ਉਹ ਲੈ ਕੇ ਗਰਦਨ ਦੇ ਚਫੇਰੇ ਜਦੋਂ ਫੇਰਿਆ, ਉਹਨਾਂ ਦੇ ਹਜੀਰਾਂ ਦਾ ਰੋਗ ਠੀਕ ਹੋ ਗਿਆ। ਤੇ ਜਦੋਂ ਅੰਮ੍ਰਿਤ ਵੇਲੇ ਸਤਿਗੁਰੂ ਉੱਠੇ, ਭਾਈ ਕੇਦਾਰਾ ਪਲੰਘ ਦੇ ਸਾਹਮਣੇ ਬੈਠੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਪਈ, ਆਖਣ ਲੱਗੇ, ਭਾਈ ਕੇਦਾਰਾ ਤੇਰਾ ਰੋਗ ਕਿੱਥੇ ਹੈ? ਤੈਨੂੰ ਤਾਂ ਹਜੀਰਾਂ ਦਾ ਰੋਗ ਸੀ। ਕਹਿੰਦੇ ਮਹਾਰਾਜ ਤੁਹਾਡਾ ਜੋੜਾ ਸਪਰਸ਼ ਕਰਨ ਨਾਲ ਮੇਰਾ ਰੋਗ ਠੀਕ ਹੋ ਗਿਆ। ਸਤਿਗੁਰਾਂ ਕੋਲ ਇੱਕ ਸੋਟਾ ਸੀ, ਉਹ ਸੋਟੇ ਨਾਲ ਜੋੜਾ ਚੁੱਕਿਆ ਤੇ ਸੋਟੇ ਸਮੇਤ ਆਪਣਾ ਜੋੜਾ ਭਾਈ ਕੇਦਾਰਾ ਨੂੰ ਦੇ ਕੇ ਪਾਤਸ਼ਾਹ ਕਹਿੰਦੇ ਦੋਨੇ ਚੀਜ਼ਾਂ ਕੋਲ ਰੱਖ ਲਓ, ਸਾਡੀਆਂ ਨਿਸ਼ਾਨੀਆਂ, ਇਹ ਤੁਹਾਡੇ ਘਰ ਵਿੱਚ ਰਹਿਣਗੀਆਂ। ਔਰ ਜਿਹਨੂੰ ਵੀ ਹਜੀਰਾਂ ਦਾ ਰੋਗ ਹੋਵੇ ਤੁਹਾਡੇ ਕੋਲ ਚੱਲ ਕੇ ਆਵੇ ਤੇ ਤੁਸੀਂ ਉਹਨਾਂ ਦਾ ਰੋਗ ਠੀਕ ਕਰਿਓ। ਇਸ ਤਰ੍ਹਾਂ ਬਦਰੀ ਪਿੰਡ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵਿਰਾਜੇ। ਇੱਥੋਂ ਚੱਲ ਕੇ ਮਟਵੀ ਪਿੰਡ ਵਿੱਚ ਆਏ ਔਰ ਮਟਵੀ ਪਿੰਡ ਦੇ ਵਿੱਚ ਭਾਈ ਦਵਾਰਾ ਨੇ ਸਤਿਗੁਰੂ ਮਹਾਰਾਜ ਜੀ ਦੇ ਆਨੰਦ ਕਾਰਜਾਂ ਲਈ ਲਾਗੀ ਭੇਜੇ ਹਨ। ਸਗਾਈ ਦੇ ਨਾਲ ਆਨੰਦ ਕਾਰਜਾਂ ਲਈ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੂੰ। ਭਾਈ ਜੇਠਾ ਜੀ ਦੇ ਕਹਿਣ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਗਾਈ ਜਿਹੜੀ ਕਬੂਲ ਕੀਤੀ ਮਾਤਾ ਮਰਵਾਈ ਜੀ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਪ੍ਰੇਮ ਨਾਲ ਜਪਣਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਰੇ ਸ਼ਗੁਨ ਸਭ ਵਿਆਹ ਕੇ, ਜੇ ਤਕ ਬ੍ਰਿਪ ਬਤਾਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਵਕਤ ਜਿੰਨੇ ਵੀ ਸ਼ਗਨ ਆਦਿਕ ਆਨੰਦ ਕਾਰਜਾਂ ਦੇ ਕਰਨੇ ਸਨ, ਉਹ ਸਾਰੀ ਜਿਹੜੀ ਰੀਤ ਮਰਿਆਦਾ ਉਹ ਨਿਭਾਉਣੀ ਕੀਤੀ ਹੈ। ਸ਼੍ਰੀ ਗੁਰੂ ਹਰਗੋਬਿੰਦ ਜੀ ਦੁਲਹੁ ਰਹੇ ਸੁਹਾਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੁੱਲੇ ਦੇ ਰੂਪ ਦੇ ਵਿੱਚ ਸ਼ੋਭਾ ਪਾਉਂਦੇ ਹਨ। ਚੌਪਈ ਸਜੀ ਬਰਾਤ ਜਤਿਕ ਸਿੱਖ ਸੰਗ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਸਜ ਪਈ ਤੇ ਗੁਰੂ ਸਾਹਿਬ ਜੀ ਦੇ ਨਾਲ ਕੁਝ ਕੁ ਸਿੱਖ ਹਨ। ਚਲੇ ਕੁਦਾਵਤ ਚੱਪਲ ਤੁਰੰਗ। ਰਸਤੇ ਵਿੱਚ ਜਾਂਦੇ ਆਪਣਾ ਘੋੜਾ ਕਦਾਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਜਾ ਰਹੇ ਹਨ। ਪਹੁੰਚੇ ਤਬਹਿ ਜਾਏ ਮੰਡਿਆਲੀ। ਚਲਦੇ ਚਲਦੇ ਮਹਾਰਾਜ ਮੰਡਿਆਲੀ ਪਿੰਡ ਵਿੱਚ ਜਾ ਪਹੁੰਚੇ। ਦੇਖ ਖੁਸ਼ੀ ਦਿਨ ਕੀ ਨ ਬਿਸਾਲੀ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਮੰਡਿਆਲੀ ਦੇ ਰਹਿਣ ਵਾਲੇ ਜਿੰਨੇ ਵੀ ਲੋਕ ਸਨ ਉਹ ਬੜੇ ਖੁਸ਼ ਪ੍ਰਸੰਨ ਹੋਏ। ਲੋਕ ਇਕੱਤਰ ਕਰੇ ਸਮੁਦਾਈ। ਭਾਈ ਦਵਾਰਾ ਜੀ ਨੇ ਆਪਣੇ ਨਗਰ ਦੇ ਔਰ ਜਿਤਨੇ ਵੀ ਉਹਨਾਂ ਦੇ ਰਿਸ਼ਤੇਦਾਰ ਸਨ ਸਾਰਿਆਂ ਨੂੰ ਇਕੱਠਾ ਕੀਤਾ ਹੈ। ਆਗੇ ਲੈਨ ਸੋ ਦਵਾਰਾ ਆਏ। ਭਾਈ ਦਵਾਰਾ ਜੀ ਮਹਾਰਾਜ ਨੂੰ ਲੈਣ ਵਾਸਤੇ ਘਰੋਂ ਬਾਹਰ ਨਿਕਲ ਕੇ ਗੁਰਦੇਵ ਦਾ ਅਦਬ ਸਤਿਕਾਰ ਕਰਨ ਲਈ ਅੱਗੇ ਚੱਲ ਕੇ ਆਏ ਹਨ। ਜੇਠਾ ਲਗਿਓ ਦਰਬ ਵਰਖਾਵਨ। ਭਾਈ ਜੇਠਾ ਜੀ ਮਹਾਰਾਜ ਸੱਚੇ ਪਾਤਸ਼ਾਹ ਉੱਪਰ ਧਨ ਦੀ ਵਰਖਾ ਕਰਨ ਲੱਗੇ ਹਨ। ਰੰਗਤ ਨੀ ਬਨ ਭੇ ਹਰ ਖਾਵਨ। ਜਿਹੜੇ ਕੰਗਾਲ ਸਨ ਇਤਨੀ ਧਨ ਦੀ ਵਰਖਾ ਕੀਤੀ, ਉਹ ਮਾਇਆ ਦੀ ਪ੍ਰਾਪਤੀ ਕਰਕੇ ਧਨਵਾਨ ਬਣ ਗਏ, ਉਹਨਾਂ ਦੀ ਕੰਗਾਲੀ ਦੂਰ ਹੋ ਗਈ। ਤੁਰੀ ਡਫ ਗਨ ਪਟਹਿ ਨਿਸ਼ਾਨਾ। ਇਸ ਤਾਂ ਤੁਰਰੀਆਂ ਢੋਲ ਨਗਾਰੇ ਆਦਿਕ ਵੱਜਣ ਲੱਗੇ ਹਨ। ਬਾਜ ਉਠੇ ਜਨ ਖਨ ਗਰ ਜਾਨਾ। ਇਤਨੀ ਉੱਚੀ ਧੁਨ ਦੇ ਵਿੱਚ ਸਾਜ ਵੱਜੇ ਮਾਨੋ ਜੈਸੇ ਆਕਾਸ਼ ਵਿੱਚ ਬੱਦਲ ਗਰਜ ਗਿਆ ਹੋਵੇ। ਗੁਰਪੁਰ ਦਵਾਰੇ ਵਾਰਿਓ ਦਰਬ। ਭਾਈ ਦਵਾਰਾ ਜੀ ਨੇ ਵੀ ਗੁਰੂ ਸਾਹਿਬ ਜੀ ਉੱਪਰ ਮਾਇਆ ਦੀ ਧਨ ਦੀ ਵਰਖਾ ਕੀਤੀ ਹੈ। ਰੀਤ ਗਰੀ ਕੁਲ ਕੀਜੇ ਸਰਬ। ਉਹਨਾਂ ਨੇ ਆਪਣੇ ਕੁਲ ਦੀ ਸਾਰੀ ਰੀਤ ਮਰਿਆਦਾ ਨੂੰ ਨਿਭਾਇਆ ਹੈ। ਲੈ ਕਰ ਸੰਗ ਨਿਵੇਸ਼ ਕਰਾਇਓ। ਆਪਣੇ ਨਾਲ ਸਤਿਗੁਰੂ ਜੀ ਨੂੰ ਲੈ ਕਰਕੇ ਗਏ ਜਿੱਥੇ ਉਹਨਾਂ ਦਾ ਘਰ ਸੀ। ਘਰ ਦੇ ਵਿੱਚ ਗੁਰੂ ਸਾਹਿਬ ਦਾ
ਡੇਰਾ ਕਰਵਾਇਆ ਹੈ। ਜੋ ਚਹੀਅਤ ਤਤਕਾਲ ਪਠਾਇਓ। ਜੋ ਕੁਝ ਵੀ ਚਾਹੀਦਾ ਸੀ ਸਾਰਾ ਕੁਝ ਮਹਾਰਾਜ ਦੇ ਡੇਰੇ ਵਿੱਚ ਪਹੁੰਚਦਾ ਕਰ ਦਿੱਤਾ। ਦਵੈ ਦਿਨ ਸਤਿਗੁਰ ਗਿਆ ਗਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦ ਕਾਰਜਾਂ ਤੋਂ 2 ਦਿਨ ਪਹਿਲਾਂ ਹੀ ਚਲੇ ਗਏ ਸਨ, ਕਿਉਂਕਿ ਜਿਸ ਦਿਨ ਭਾਈ ਦਵਾਰਾ ਨੇ ਲਾਗੀ ਭੇਜੇ ਸਨ ਤੇ ਸਤਿਗੁਰਾਂ ਨੇ ਉਸੇ ਦਿਨ ਆਖਿਆ ਵੀ ਕਿਹੜਾ ਦਿਨ ਠੀਕ ਰਹੇਗਾ। ਕਹਿੰਦੇ ਜੀ ਪਰਸੋਂ ਠੀਕ ਹੈ ਆਨੰਦ ਕਾਰਜਾਂ ਦਾ ਜਿਹੜਾ ਸਮਾਂ। ਤੇ ਗੁਰੂ ਸਾਹਿਬ ਜੀ ਉਸੇ ਦਿਨ ਹੀ ਮੰਡਿਆਲੀ ਪਿੰਡ ਚਲੇ ਗਏ ਸਨ, ਯਾਨੀ ਆਨੰਦ ਕਾਰਜਾਂ ਦਾ ਜਿਹੜਾ ਸਮਾਂ ਮਿਥਿਆ ਗਿਆ ਸੀ ਉਸ ਤੋਂ 2 ਦਿਨ ਪਹਿਲਾਂ ਇਸ ਤਰ੍ਹਾਂ ਗੁਰਦੇਵ ਨੇ ਉੱਥੇ ਆਪਣਾ ਡੇਰਾ ਕੀਤਾ ਹੈ। ਦੇਖ ਸਰਾਹਤ ਹੈ ਨਰ ਨਾਰੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੂਪ ਨੂੰ ਵੇਖ ਕੇ ਸਾਰੇ ਸਲਾਹੁੰਦੇ ਹਨ। ਸੰਗਤ ਜਨ ਸਮੂਹ ਚਲੇ ਆਵੈ। ਅਨੇਕਾਂ ਮੰਗਤ ਜਨ ਉਹਨਾਂ ਦਾ ਸਮੂਹ ਚੱਲ ਕੇ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ। ਸਭ ਕੋ ਸਤਿਗੁਰ ਦਰਬ ਦਿਵਾਵੈ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਲੋੜਵੰਦਾਂ ਨੂੰ ਮਾਇਆ ਦਿੰਦੇ ਹਨ। ਜਸ ਫੈਲਿਓ ਬੜ ਦਾਨ ਦਏ ਤੇ। ਜਦੋਂ ਸਤਿਗੁਰਾਂ ਨੇ ਭਾਰੀ ਦਾਨ ਵੰਡਿਆ ਇਹਦੇ ਨਾਲ ਗੁਰੂ ਸਾਹਿਬ ਦਾ ਜਸ ਸਾਰੇ ਸੰਸਾਰ ਵਿੱਚ ਫੈਲਣ ਲੱਗਾ, ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਵੀ ਪੁੱਤਰ ਦਾਨੀ ਹੋਵੇ, ਸੂਰਮਾ ਹੋਵੇ ਜਾਂ ਭਗਤ ਹੋਵੇ, ਇਹ ਤਿੰਨੇ ਗੁਣ ਇੱਕ ਵਿੱਚ ਨਹੀਂ ਮਿਲਦੇ ਹੁੰਦੇ ਕਦੇ ਵੀ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਤੋਂ ਮਹਾਨ ਕੋਈ ਦਾਨੀ ਨਹੀਂ, ਉਹਨਾਂ ਤੋਂ ਵੱਡਾ ਪਰਮੇਸ਼ਰ ਦਾ ਭਗਤ ਵੀ ਕੋਈ ਨਹੀਂ, ਤੇ ਉਹਨਾਂ ਤੋਂ ਵੱਡਾ ਜਸ ਦੀ ਪ੍ਰਾਪਤੀ ਕਰਨ ਵਾਲਾ ਕੋਈ ਸੂਰਬੀਰ ਯੋਧਾ ਵੀ ਨਹੀਂ। ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਜੀ ਦਲ ਭੰਜਨ ਗੁਰ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ। ਪਰਉਪਕਾਰੀ ਸੁਭਾਅ ਦੇ ਮਾਲਕ, ਲੋੜਵੰਦਾਂ ਨੂੰ ਦਾਨ ਦੇਣ ਵਾਲੇ, ਦੁਸ਼ਟਾਂ ਦਾ ਮੈਦਾਨੇ ਜੰਗ ਵਿੱਚ ਘਾਤ ਕਰਨ ਵਾਲੇ, ਪਰਮੇਸ਼ਰ ਦੀ ਬੰਦਗੀ ਵਿੱਚ ਵਲੀਨ ਰਹਿਣ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਤਨੇ ਵੀ ਲੋੜਵੰਦ ਆਪ ਜੀ ਦੇ ਚਰਨਾਂ ਵਿੱਚ ਚੱਲ ਕੇ ਆਏ ਸਭ ਨੂੰ ਮਹਾਰਾਜ ਨੇ ਦਾਨ ਦਿੱਤਾ ਹੈ। ਬਸੇ 2 ਦਿਨ ਬੀਤ ਗਏ ਤੇ। ਮੰਡਿਆਲੀ ਨਗਰ ਵਿੱਚ ਵਸਿਆ ਜਦੋਂ 2 ਦਿਨਾਂ ਦਾ ਸਮਾਂ ਬਤੀਤ ਹੋਇਆ ਹੈ। ਤ੍ਰਿਤੀ ਦੇ ਉਸ ਰਹਿ ਘਟਿਕਾ 4। ਇਸ ਤਰ੍ਹਾਂ ਜਦੋਂ ਤੀਸਰਾ ਦਿਨ ਆ ਗਿਆ ਤੇ ਦਿਨ ਦੀਆਂ 4 ਘੜੀਆਂ ਰਹਿ ਗਈਆਂ ਹਨ। ਬੜਵਾਰੂ ਡੇ ਹਵੈ ਸਭ ਤਿਆਰ। ਸਤਿਗੁਰੂ ਮਹਾਰਾਜ ਜੀ ਤਿਆਰ ਬਰ ਤਿਆਰ ਹੋ ਕੇ ਘੋੜੇ ਤੇ ਸਵਾਰ ਹੋ ਗਏ। ਕਨੇ ਬਜਾਵਤ ਬਾਜੇ ਚਾਲੇ। ਇਸ ਤਰ੍ਹਾਂ ਵਜਾਉਂਦੇ ਹੋਏ ਫੌਜਾਂ ਨੂੰ ਨਾਲ ਲੈ ਕੇ, ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਚੱਲ ਪਏ। ਸੁਣ ਸਭ ਕੈ ਪਾ ਹਰ ਕਪਿਸਾਲੇ। ਜਦੋਂ ਵਾਜੇ ਵੱਜੇ ਉਹਨਾਂ ਦੀ ਆਵਾਜ਼ ਸੁਣ ਕੇ ਸਭ ਦੇ ਮਨ ਅੰਦਰ ਬੜੀ ਖੁਸ਼ੀ ਪੈਦਾ ਹੋਈ ਹੈ। ਜੇਠੇ ਸੰਗ ਮਿਲਨੇ ਕਰ ਦਵਾਰੇ। ਭਾਈ ਜੇਠਾ ਜੀ ਉਹਨਾਂ ਨੂੰ ਸਤਿਗੁਰਾਂ ਨੇ ਮੂਹਰੇ ਕਰ ਦਿੱਤਾ। ਜਦੋਂ ਭਾਈ ਦਵਾਰੇ ਦੇ ਘਰ ਵਿੱਚ ਮਹਾਰਾਜ ਪਹੁੰਚੇ ਤੇ ਭਾਈ ਜੇਠੇ ਨੂੰ ਮੂਹਰੇ ਸਤਿਗੁਰਾਂ ਨੇ ਕੀਤਾ ਵੀ ਤੁਸੀਂ ਇਹਨਾਂ ਦੇ ਨਾਲ ਮਿਲਣੀ ਕਰੋ, ਕਰਿਓ ਟਕਾਓ ਜਾਏ ਤਿਸ ਦਵਾਰੇ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਟੁਕਾ ਕੀਤਾ ਹੈ। ਵਿਖਿਓ ਜਮਾਤਾ ਭਾਗਣ ਜਬੈ। ਜਿਹੜੇ ਮਾਤਾ ਮਰਵਾਈ ਜੀ ਸਨ ਉਹਨਾਂ ਦੇ ਮਾਤਾ ਦਾ ਨਾਂ ਸੀਗਾ ਮਾਤਾ ਭਾਗਣ, ਭਾਈ ਦਵਾਰਾ ਜੀ ਦੀ ਘਰਵਾਲੀ। ਉਹਨਾਂ ਨੇ ਜਦੋਂ ਆਪਣੇ ਜਮਾਤਾ ਜਵਾਈ ਨੂੰ ਵੇਖਿਆ ਹੈ ਅੰਗ ਆਨੰਦ ਨਾ ਵਹਿ ਤਬੈ। ਹਿਰਦੇ ਵਿੱਚ ਇਤਨਾ ਆਨੰਦ ਪੈਦਾ ਹੋਇਆ ਜਿਹੜਾ ਆਨੰਦ ਅੰਦਰ ਸਮਾਉਂਦਾ ਨਹੀਂ। ਪੇਗ ਪੇਖਾਂਬਲਾ ਸਰਾਹਤ। ਮਹਾਰਾਜ ਦੇ ਸਰੂਪ ਨੂੰ ਵੇਖ ਵੇਖ ਕੇ ਸਾਰੇ ਜਾਣੇ ਸਲਾਘਾ ਕਰਦੇ, ਬੜਾਈ ਕਰਦੇ ਹਨ। ਜਿਹ ਨਾ ਪੀਕੇ ਸੁਨ ਦੇਖਤ ਚਾਹਤ। ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਨਹੀਂ ਸਨ ਕੀਤੇ, ਜਿਨ੍ਹਾਂ ਨੇ ਕੇਵਲ ਸੁਣਿਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਉਹਨਾਂ ਦੇ ਮਨ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਦੇਖਣ ਦੀ ਚਾਹਨਾ ਪੈਦਾ ਹੋ ਗਈ। ਜਾਨ ਸਮਾਗੋ ਤੋਲ ਵਿਸਾਲਾ। ਇਸ ਤਰ੍ਹਾਂ ਜਦੋਂ ਆਨੰਦ ਕਾਰਜਾਂ ਦਾ ਲਾਵਾਂ ਦਾ ਸਮਾਂ ਆਇਆ ਹੈ, ਬੇਦੀ ਥਲ ਮਿਲ ਕਰਜ ਜਜਾਲਾ। ਜਿਸ ਜਗ੍ਹਾ ਤੇ ਆਨੰਦ ਕਾਰਜ ਹੋਣੇ ਸਨ ਉੱਥੇ ਸਾਰੇ ਜਮ੍ਹਾਂ ਹੋ ਗਏ। ਸਤਿਗੁਰ ਕਰੇ ਆਵਾਹਨ ਜਬੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਇਆ ਹੈ। ਪਹੁੰਚਤ ਪਏ ਜਾਏ ਕਰ ਤਬੈ। ਸਤਿਗੁਰੂ ਮਹਾਰਾਜ ਉਸ ਜਗ੍ਹਾ ਤੇ ਜਾ ਪਹੁੰਚੇ ਹਨ। ਵਿਦਿਆ ਜੇਠ ਆਦਿਕ ਸਾਥ। ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਇਸ ਤੋਂ ਇਲਾਵਾ ਭਾਈ ਕਲਿਆਣਾ ਜੀ, ਹੋਰ ਆਦਿਕ ਜਿਤਨੇ ਵੀ ਸਿੱਖ ਹਨ। ਖਾਰਿਓ ਪਰ ਬੈਠੇ ਸ਼ੁਭਨਾਥ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਉਹ ਬਿਰਾਜਮਾਨ ਹੋਏ ਹਨ। ਕਰਨੋ ਚਿਤ ਕਰ ਲਾਵਾ ਲੀਨ। ਇਸ ਤਰ੍ਹਾਂ ਨਾਲ ਮਾਤਾ ਮਰਵਾਈ ਜੀ ਨੂੰ ਲਿਆ ਕੇ ਬਿਠਾਇਆ ਗਿਆ।
ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਲਾਵਾਂ ਲਈਆਂ ਹਨ। ਜਾਂ ਛੇਤ ਜੇਠੇ ਤਨ ਦੀਨ, ਉਥੇ ਬੈਠਿਆਂ ਭਾਈ ਜੇਠਾ ਜੀ ਨੇ ਜਿਹੜੇ ਲੋੜਵੰਦ ਸਨ, ਜ਼ਰੂਰਤਮੰਦ, ਉਹਨਾਂ ਨੂੰ ਧਨ ਦਿੱਤਾ ਹੈ। ਸਤਿਗੁਰ ਗਏ ਆਪਣੇ ਡੇਰੇ, ਲਾਵਾ ਲੈਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਡੇਰੇ ਵਾਪਸ ਗਏ ਹਨ। ਬਾਜੇ ਬਜਤ ਬਹੁਤ ਤੇ ਸਵੇਰੇ, ਆਨੰਦ ਕਾਰਜਾਂ ਤੋਂ ਬਾਅਦ ਬੜੇ ਭਾਰੀ ਬਾਜੇ ਵੱਜਣ ਲੱਗੇ ਹਨ। ਪੁਨ ਭੋਜਨ ਕੇ ਹੇਤ ਬੁਲਾਏ, ਜਿਹੜੀਆਂ ਮਠਿਆਈਆਂ ਹੋਰ ਕਈ ਪ੍ਰਕਾਰ ਦੇ ਪਕਵਾਨ ਆਦਿਕ ਲਿਆ ਕਰਕੇ ਕਰਿਓ ਪਰੋਸਨ ਸਗਲ ਅਗਾਰੇ। ਜਿਹੜੇ ਵਰਤਾਰੇ ਸਨ ਉਹਨਾਂ ਨੇ ਭੋਜਨ ਮਹਾਰਾਜ ਅੱਗੇ ਤੇ ਸੰਗਤ ਅੱਗੇ ਵਰਤਾਇਆ ਹੈ। ਅਚਨ ਲਗੇ ਗਾਵਤ ਬਰਨਾਰੀ, ਇਸ ਤਰ੍ਹਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੀ ਬਰਾਤ ਗੁਰਸਿੱਖਾਂ ਸਮੇਤ ਲੰਗਰ ਛਕਣ ਲੱਗੇ ਹਨ। ਲੈ ਲੈ ਨਾਮ ਉਚਾਰਤ ਗਾਰੀ, ਮਹਾਰਾਜ ਜੀ ਦਾ ਨਾਮ ਲੈ ਲੈ ਕੇ ਸਾਰੇ ਖੁਸ਼ੀ ਦੇ ਗੀਤ ਗਾਉਂਦੇ ਮਹਾਰਾਜ ਦਾ ਜਸ ਕਰਦੇ ਹਨ। ਮੁਦਿਤ ਸਮਾਜ ਸਰਬ ਹੋਏ ਰਹਿਓ, ਜਿਤਨੇ ਵੀ ਗੁਰਸਿੱਖ ਪਿਆਰੇ ਇਕੱਠੇ ਹੋਏ ਸਨ, ਸਾਰਿਆਂ ਦਾ ਜਿਹੜਾ ਮਨ ਉਥੇ ਬੜਾ ਹੀ ਪ੍ਰਸੰਨ ਹੋਇਆ ਹੈ। ਦੇਖ ਦੇਖ ਗੁਰ ਜਸ ਕੋ ਕਹਿਓ, ਸਤਿਗੁਰਾਂ ਦੀ ਸ਼ੋਭਾ ਨੂੰ ਵੇਖ ਕੇ ਹਰ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਹਿੰਦਾ ਹੈ। ਤ੍ਰਿਪਤ ਹੋਏ ਡੇਰੇ ਪੁਨ ਆਏ, ਲੰਗਰ ਛਕਣ ਤੋਂ ਬਾਅਦ ਤ੍ਰਿਪਤ ਹੋ ਕੇ ਮਹਾਰਾਜ ਆਪਣੇ ਡੇਰੇ ਤੇ ਵਾਪਸ ਆ ਗਏ। ਸੁਪਤ ਜਬ ਸੁਖ ਰਾਤ ਬਿਤਾਏ, ਸਤਿਗੁਰਾਂ ਨੇ ਸੌਂ ਕੇ ਸੁੱਖਾਂ ਦੇ ਸਮੇਤ ਰਾਤ ਬਤੀਤ ਕੀਤੀ ਹੈ। ਪਈ ਪ੍ਰਾਤ ਕਰ ਸੋਚ ਸਨਾਨਾ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ। ਸਤਿਗੁਰਾਂ ਨੇ ਆਪਣੀ ਸਰੀਰਕ ਕਿਰਿਆ ਸੋਧੀ, ਇਸ਼ਨਾਨ ਪਾਨ ਕੀਤਾ ਹੈ। ਬੈਠੇ ਸਤਿਗੁਰ ਲਾਏ ਦੀਵਾਨਾ, ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣਾ ਸੋਹਣਾ ਦੀਵਾਨ ਸਜਾ ਕੇ ਬਿਰਾਜੇ ਹਨ। ਨਿਕਟ ਨਿਕਟ ਕੇ ਗ੍ਰਾਮ ਜੇ ਬਰਿੰਦ, ਜਿਹੜਾ ਇਹ ਮੰਡਿਆਲੀ ਪਿੰਡ ਹੈ ਦੇ ਨੇੜੇ ਤੇੜੇ ਜਿਤਨੇ ਵੀ ਗ੍ਰਾਮ ਪਿੰਡ ਕਸਬੇ ਆਦਿਕ ਪੈਂਦੇ ਹਨ, ਦੇਖਤ ਹਿਤ ਸ੍ਰੀ ਹਰਗੋਬਿੰਦ। ਉਹਨਾਂ ਇਲਾਕਿਆਂ ਵਿੱਚ ਜਿੰਨੇ ਵੀ ਲੋਕ ਰਹਿੰਦੇ ਸਨ, ਜਦੋਂ ਉਹਨਾਂ ਨੇ ਸਤਿਗੁਰਾਂ ਦੇ ਆਗਮਨ ਦੀ ਖਬਰ ਸੁਣੀ ਹੈ, ਲੋਕ ਅਨੇਕ ਧਨੀ ਅਰ ਰੰਕਾ, ਅਨੇਕਾਂ ਹੀ ਲੋਕ, ਭਾਵੇਂ ਕੋਈ ਧਨਵਾਨ ਸੀਗਾ ਭਾਵੇਂ ਕੋਈ ਕੰਗਾਲ ਸੀ, ਆਨ ਆਨ ਦਰ ਸਹਿ ਗੁਰ ਬੰਕਾ, ਸਾਰੇ ਜਾਣੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹਨ। ਅਰਪ ਕੋਰਨ ਸੀਸ ਨਿਵਾਵੈ, ਗੁਰੂ ਚਰਨਾਂ ਪਾਸ ਭੇਟਾਵਾਂ ਅਰਪਣ ਕਰਕੇ ਅਦਬ ਨਾਲ ਆਪਣਾ ਸੀਸ ਨਵਾਉਂਦੇ ਨਮਸਕਾਰਾਂ ਕਰਦੇ ਹਨ। ਮਨੋ ਕਾਮਨਾ ਹੇਰਤ ਪਾਵੈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਜਾਣ ਲਓ ਕਿ ਜਿਵੇਂ ਉਹ ਗੁਰੂ ਸਾਹਿਬ ਜੀ ਨੂੰ ਵੇਖਦਿਆਂ ਹੀ ਮਨੋ ਕਾਮਨਾਵਾਂ ਦੀ ਪ੍ਰਾਪਤੀ ਕਰ ਲੈਂਦੇ ਨੇ, ਵੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਜਦੋਂ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਹੁੰਦੇ ਨੇ, ਦੀਦਾਰ ਮਾਤਰ ਹੀ ਉਹਨਾਂ ਨੂੰ ਅੰਦਰੋਂ ਕਾਮਨਾਵਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਦੋਏ ਦਿਨ ਪੂਰਬ ਤਿਨ ਪਿਛਾਰੀ, ਸਾਧ ਸੰਗਤ ਜੀ 2 ਦਿਨ ਪਹਿਲਾਂ ਤੇ 3 ਦਿਨ ਬਾਅਦ ਵਿੱਚ, ਯਾਨੀ ਕਿ 5 ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੰਡਿਆਲੀ ਨਗਰ ਵਿੱਚ ਰੁਕੇ ਹਨ। ਕਰਿਓ ਬਾਂਸ ਤਹਿ ਸ੍ਰੀ ਗੁਰੂ ਭਾਰੀ, ਭਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉੱਥੇ ਆਪਣਾ ਵਾਸਾ ਕੀਤਾ ਹੈ। ਪੁਨ ਵਿਦਾਇਗੀ ਦੁਆਰਾ ਕੀਨ, ਉਸ ਤੋਂ ਬਾਅਦ ਭਾਈ ਦਵਾਰਾ ਜੀ ਨੇ ਸਤਿਗੁਰਾਂ ਨੂੰ ਵਿਦਾਇਗੀ ਦਿੱਤੀ ਹੈ। ਯਥਾ ਸ਼ਕਤ ਦਾਇਜ ਕੋ ਦੀਨ, ਯਥਾ ਸ਼ਕਤੀ ਮੁਤਾਬਕ ਉਹਨਾਂ ਨੇ ਬੜੇ ਪ੍ਰੇਮ ਨਾਲ ਮਹਾਰਾਜ ਸਾਹਿਬ ਦੀ ਸੇਵਾ ਕੀਤੀ। ਮਿਲ ਭਾਗਣ ਦੋਹਿ ਤਾਕੇ ਸਾਥ, ਜਿਹੜੇ ਮਾਤਾ ਭਾਗਣ ਜੀ ਸਨ ਉਹ ਪ੍ਰੇਮ ਨਾਲ ਆਪਣੀ ਦੋਹਿਤਾ ਆਪਣੀ ਬੇਟੀ ਨੂੰ ਮਿਲੇ ਹਨ। ਅਰਪਣ ਕਰਤ ਭਈ ਗੁਰਨਾਥ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਭੇਟਾਵਾਂ ਅਰਪਣ ਕੀਤੀਆਂ ਹਨ। ਕਰ ਡੋਰਾ ਆਗੈ ਗੁਰ ਚਲੈ, ਇਸ ਪ੍ਰਕਾਰ ਜਿਹੜਾ ਮਾਤਾ ਮਰਵਾਈ ਜੀ ਦਾ ਡੋਲਾ ਸੀ ਉਹ ਅੱਗੇ ਕਰਕੇ ਗੁਰੂ ਸਾਹਿਬ ਜੀ ਚੱਲ ਪਏ। ਕੋਈ ਪਛਾਤ ਪਰ ਸਭ ਮਿਲੇ, ਪਿੱਛੇ ਪਿੱਛੇ ਗੁਰੂ ਸਾਹਿਬ ਜੀ ਜਾ ਰਹੇ ਨੇ ਤੇ ਨਾਲ ਫੌਜਾਂ ਜਾ ਰਹੀਆਂ ਹਨ। ਬਾਜੇ ਬਜਤ ਪੰਥ ਗਮਨੰਤੇ, ਇਸ ਤਰ੍ਹਾਂ ਵਾਜੇ ਵੱਜ ਰਹੇ ਹਨ, ਨਗਾਰਿਆਂ ਤੇ ਚੋਟਾਂ ਪੈ ਰਹੀਆਂ ਤੇ ਸਤਿਗੁਰੂ ਰਸਤੇ ਵਿੱਚ ਜਾ ਰਹੇ ਹਨ। ਅਨਗਨ ਤਨ ਕਨ ਜਨ ਬਰਖੰਤੇ, ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ ਅਣਗਿਣਤ ਧਨ ਦੀ ਵਰਖਾ ਕਰਦੇ ਹਨ। ਕਿਤਕ ਦੂਰ ਜਬ ਚਲੇ ਅਗਾਰੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮੰਡਿਆਲੀ ਨਗਰ ਵਿੱਚੋਂ ਨਿਕਲ ਕੇ ਕੁਝ ਕੁ ਦੂਰ ਗਏ ਹਨ, ਖਰੇ ਰਹੋ ਗੁਰ ਗਿਰਾ ਉਚਾਰੀ, ਜਾਂਦੇ ਜਾਂਦੇ ਅਚਾਨਕ ਮਹਾਰਾਜ ਰੁਕ ਗਏ। ਨਾਲ ਦੇ ਸਿੱਖਾਂ ਨੂੰ ਆਖਿਆ ਇੱਕੋ ਦਮ ਵੀ ਖਲੋ ਜਾਵੋ। ਪਿਆਰੋ ਸਿੱਖ ਚਲਿਓ ਇਕਾਵਤ, ਜਦੋਂ ਸਾਹਿਬ ਕਹਿੰਦੇ ਭਾਈ ਖਲੋ ਜਾਓ, ਸਿੱਖ ਕਹਿੰਦੇ ਮਹਾਰਾਜ ਅਚਾਨਕ ਕੀ ਹੋ ਗਿਆ?
ਸਤਿਗੁਰੂ ਕਹਿੰਦੇ ਸਾਡਾ ਕੋਈ ਨਾ ਪਿਆਰਾ ਸਿੱਖ ਇੱਥੇ ਚਲਿਆ ਆਉਂਦਾ ਹੈ, ਹਮਦਰ ਸਨ ਕੋ ਬਹੁ ਲਲਚਾਵਤ। ਉਹਦਾ ਮਨ ਨਾ ਸਾਡੇ ਦਰਸ਼ਨਾਂ ਲਈ ਬੜਾ ਲਲਚਾ ਰਿਹਾ, ਉਹਦੇ ਹਿਰਦੇ ਵਿੱਚ ਸਾਡੇ ਦਰਸ਼ਨਾਂ ਦੀ ਬੜੀ ਲਾਲਸਾ ਹੈ। ਇਤਨੇ ਮਹਿ ਲੰਗਾਹ ਚਲਾਇਓ। ਜਦੋਂ ਮਹਾਰਾਜ ਬਚਨ ਕਹਿ ਰਹੇ ਸਨ, ਇੰਨੇ ਨੂੰ ਭਾਈ ਲੰਗਾ ਜੀ ਆਣ ਪਹੁੰਚੇ ਹਨ। ਪ੍ਰੇਮੀ ਪੰਕ ਪੰਗਜ ਲਪਟਾਇਓ। ਸਤਿਗੁਰਾਂ ਦੇ ਚਰਨਾਂ ਦੇ ਬੜੇ ਪ੍ਰੇਮੀ ਗੁਰਸਿੱਖ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਕਬਲਾਂ ਤੇ ਲਿਪਟ ਗਏ, ਨਮਸਕਾਰ ਕੀਤੀ ਹੈ। ਕਰ ਬੰਧਨ ਜਬ ਖਰੋ ਅਗਾਰੀ। ਜਦੋਂ ਨਮਸਕਾਰ ਕਰਕੇ ਭਾਈ ਲੰਗਾ ਮਹਾਰਾਜ ਦੇ ਸਾਹਮਣੇ ਖਲੋ ਗਏ, ਹੈ ਕੁਸ਼ਲ ਸਤਿਗੁਰੂ ਉਚਾਰੀ। ਪਾਤਸ਼ਾਹ ਵੇਖ ਕੇ ਕਹਿਣ ਲੱਗੇ, ਭਾਈ ਲੰਗਾ ਜੀ ਸਭ ਸੁਖ ਸ਼ਾਂਤ ਹੈ, ਰਾਜੀ ਖੁਸ਼ੀ ਹੈ। ਕਹਿਤ ਪਿਓ ਸਿੱਖ ਲਵਪੁਰ ਗਏ। ਭਾਈ ਲੰਗਾ ਕਹਿਣ ਲੱਗੇ, ਪਾਤਸ਼ਾਹ ਜੀ ਇੱਥੋਂ ਕੁਝ ਸਿੱਖ ਲਾਹੌਰ ਗਏ ਸਨ। ਬਜਾਹੋ ਵਸਤ ਕਛ ਲਿਆਵਤ ਭਏ। ਉਹ ਜਿਹੜੇ ਸਿੱਖ ਕੁਝ ਵਿਆਹ ਦੀਆਂ ਵਸਤੂਆਂ ਨਾ ਲਾਹੌਰ ਤੋਂ ਖਰੀਦ ਕੇ ਲਿਆਏ ਹਨ। ਸੁਧਰਾਵਰ ਕੀ ਤੀਨ ਕੇ ਪਾਈ। ਉਹਨਾਂ ਸਿੱਖਾਂ ਨੇ ਮਹਾਰਾਜ ਮੈਨੂੰ ਇਸ ਗੱਲ ਦੀ ਖਬਰ ਦਿੱਤੀ ਹੈ ਵੀ ਤੁਸੀਂ ਇਸ ਇਲਾਕੇ ਵਿੱਚ ਆਏ ਹੋ ਦਰਸ਼ਨ ਕੋ ਹਿਰਿਆ ਲਲਚਾਈ। ਤੇ ਤੁਹਾਡਾ ਇਧਰ ਆਗਮਨ ਸੁਣ ਕੇ ਨਾ ਮੇਰਾ ਮਨ ਤੁਹਾਡੇ ਦਰਸ਼ਨਾਂ ਲਈ ਲਲਚਾ ਪਿਆ। ਮੇਰਾ ਜੀ ਕੀਤਾ ਵੀ ਮੈਂ ਤੁਹਾਡੇ ਦਰਸ਼ਨ ਕਰ ਲਵਾਂ, ਆਪ ਜੀ ਮੇਰੇ ਇੰਨੇ ਨਜ਼ਦੀਕ ਆਏ ਹੋ। ਅਪਰ ਬਾਤ ਇੱਕ ਪਾਈ ਪਰਤ ਬਿਗਾਰੀ। ਉਹਦੇ ਨਾਲ ਪਾਤਸ਼ਾਹ ਇੱਕ ਹੋਰ ਗੱਲ ਵੀ ਹੈ, ਇੱਕ ਗੱਲ ਵਿਗੜਦੀ ਜਾਂਦੀ ਹੈ। ਬੈਰ ਕਰ ਹੈ ਕਾਜੀ ਕੁਰਿਆਰ। ਪਾਤਸ਼ਾਹ ਜਿਹੜੇ ਕੁੜਿਆਰ ਕਾਜੀ ਨੇ ਨਾ, ਉਹ ਗੁਰੂ ਘਰ ਦੇ ਨਾਲ ਬੜਾ ਵੈਰ ਕਮਾਉਂਦੇ ਹਨ। ਸ਼ਾਹੋ ਨਿਕਟ ਹੋਏ ਉਚਰਤ ਚਾਰੀ। ਉਹ ਜਾ ਕੇ ਜਿਹੜਾ ਬਾਦਸ਼ਾਹ ਹੈ ਨਾ, ਬਾਦਸ਼ਾਹ ਦੇ ਕੋਲ ਹਰ ਰੋਜ਼ ਉਹ ਚੁਗਲੀਆਂ ਕਰਦੇ ਨੇ। ਉਸ ਸਮੇਂ ਸ਼ਾਹਜਹਾਨ ਜਿਹੜਾ ਸੀ ਉਹ ਤਖਤ ਤੇ ਬਹਿ ਚੁੱਕਾ ਸੀ, ਜਹਾਂਗੀਰ ਚਲਾਣਾ ਕਰ ਗਿਆ ਸੀਗਾ ਤੇ ਜਹਾਂਗੀਰ ਦਾ ਪੁੱਤਰ ਸ਼ਾਹਜਹਾਨ ਤਖਤ ਤੇ ਬਿਰਾਜਿਆ ਸੀ। ਉਹਨਾਂ ਆਖਿਆ ਵੀ ਉਹ ਬਾਦਸ਼ਾਹ ਉਹਦੇ ਪਾਸ ਜਾ ਕਰਕੇ ਨਾ ਜਿਹੜੇ ਕੁੜਿਆਰ ਝੂਠੇ ਕਾਜੀ ਨੇ, ਉਹ ਰੋਜ਼ ਚੁਗਲੀਆਂ ਕਰਦੇ ਹਨ। ਖੋਟ ਰੋਪ ਹੈ ਔਰ ਉਹਾਰੀ। ਮਹਾਰਾਜ ਉਹ ਤੁਹਾਡੇ ਵਿੱਚ ਜਾ ਕੇ ਚੁਗਲੀਆਂ ਕਰਕੇ ਨਾ ਖੋਟੇ ਜਿਹੜੇ ਆਰੋਪ ਲਾਉਂਦੇ ਹਨ। ਧਰਮਸਾਲ ਕੋ ਚੇਤ ਹੈ ਗਿਰਾਵਾ। ਜਿਹੜੀ ਧਰਮਸ਼ਾਲਾ ਹੈ ਨਾ ਗੁਰੂ ਸਾਹਿਬ ਦੀ, ਉਹਨੂੰ ਸੁੱਟਣਾ ਚਾਹੁੰਦੇ ਨੇ, ਤੋੜਨਾ ਚਾਹੁੰਦੇ ਹਨ। ਹਿਤ ਮਸੀਦ ਧਰ ਅਵਨੀ ਦਾਵਾ। ਤੇ ਉੱਥੇ ਉਹ ਮਸੀਤ ਬਣਾਉਣ ਵਾਸਤੇ ਦਾਵਾ ਵੀ ਕਰਦੇ ਨੇ, ਕਹਿੰਦੇ ਜੀ ਸਾਡੀ ਜ਼ਮੀਨ ਹੈ, ਅਸੀਂ ਇਹ ਧਰਮਸ਼ਾਲਾ ਢਾ ਦੇਣੀ ਹੈ। ਇਹ ਉਹ ਜਗ੍ਹਾ ਸੀ ਜਿਹੜਾ ਦਿਉਰਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸੀਗਾ, ਜਿੱਥੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੀਰ ਤਿਆਗਿਆ। ਜਦੋਂ ਚੰਦੂ ਦੀਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਾਫ ਕਰਨਾ, ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲੈ ਕੇ ਆਇਆ ਨਾ, ਵੀ ਮੈਂ ਰਾਵੀ ਵਿੱਚ ਰੋੜ ਦੇਣਾ ਇਹਨਾਂ ਨੂੰ, ਗੁਰੂ ਸਾਹਿਬ ਨੂੰ, ਕਿਉਂਕਿ ਕਈ ਦਿਨਾਂ ਦੇ ਭੁੱਖੇ ਭਾਣੇ ਤਸੀਹੇ ਦਿੱਤੇ ਸਨ। ਸਰੀਰ ਜਿਹੜਾ ਸੀ ਦੇਗ ਚੋਂ ਵਾਲਿਆ, ਫਿਰ ਰੇਤਾ ਪਾਇਆ, ਤੱਤੀ ਲੋਹ ਤੇ ਬਿਠਾਇਆ, ਉਹ ਸਰੀਰ ਤੇ ਫਲੂਏ ਨਿਕਲ ਆਏ ਸਨ, ਜਿਹਨੂੰ ਆਪਾਂ ਛਾਲੇ ਕਹਿੰਦੇ ਆ, ਮੋਟੇ ਮੋਟੇ। ਮਾਸ ਤਾਂ ਕਰੀਬਨ ਸੜ ਚੁੱਕਾ ਸੀ, ਚਰਬੀ ਢਲ ਚੁੱਕੀ ਸੀ। ਤੇ ਉਹ ਚਾਹੁੰਦਾ ਸੀ ਵੀ ਇਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਜਦੋਂ ਪਾਵਾਂਗਾ ਨਾ, ਤੇ ਉਦੋਂ ਇਹ ਬੜੇ ਦੁਖੀ ਹੋਣਗੇ, ਇਹਨਾਂ ਨੂੰ ਹੋਰ ਜ਼ਿਆਦਾ ਦੁੱਖ ਲੱਗੇਗਾ। ਉਹ ਇਸ ਮਕਸਦ ਨਾਲ ਮਹਾਰਾਜ ਸਾਹਿਬ ਜੀ ਨੂੰ ਰਾਵੀ ਦੇ ਕੰਢੇ ਲਿਆਇਆ ਸੀ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਲ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਆਪਣਾ ਸਰੀਰ ਉੱਥੇ ਤਿਆਗਿਆ। ਤੇ ਚੰਦੂ ਨੂੰ ਜਦੋਂ ਸਤਿਗੁਰੂ ਦਿੱਲੀ ਤੋਂ ਲੈ ਕੇ ਆਏ, ਚੰਦੂ ਦੀ ਮੌਤ ਹੋਈ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਗਏ, ਦਰਸ਼ਨ ਕੀਤੇ। ਤੇ ਭਾਈ ਲੰਗਾ ਉਹਨਾਂ 5 ਸਿੱਖਾਂ ਵਿੱਚੋਂ ਇੱਕ ਸਿੱਖ ਸੀ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਵੇਲੇ ਮਹਾਰਾਜ ਜੀ ਦੇ ਨਾਲ ਸੀ, 5ਵੇਂ ਪਾਤਸ਼ਾਹ ਦੇ। ਭਾਈ ਜੇਠਾ ਜੀ ਵੀ ਉਹਨਾਂ ਵਿੱਚ, ਭਾਈ ਬਿਧੀ ਚੰਦ ਵੀ ਉਹਨਾਂ ਵਿੱਚੋਂ ਸਨ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਅਸਥਾਨ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਲੰਗਾ ਨੂੰ ਰੋਕਿਆ ਵੀ ਤੁਸੀਂ ਇਸ ਅਸਥਾਨ ਦੀ ਬਹਿ ਕੇ ਸੇਵਾ ਕਰਨੀ ਹੈ। ਉੱਥੇ ਧਰਮਸ਼ਾਲਾ ਬਣਾਈ ਗਈ। ਤੇ ਧਰਮਸ਼ਾਲਾ ਤੋਂ ਬਾਅਦ ਜਿਹੜਾ ਕੁੜਿਆਰ ਕਾਜੀ ਸੀ, ਇਹ ਕਾਜੀ ਜਿਹੜਾ ਸੀਗਾ ਰੁਸਤਮ ਖਾਂ, ਜਿਹਦੀ ਬੇਟੀ ਬੀਬੀ ਕੌਲਾਂ ਸੀਗੀ, ਉਹ ਕਾਜੀ ਰੁਸਤਮ ਖਾਂ ਦਾ ਹੋਰ ਤਾਂ ਵਸ ਨਾ ਚੱਲਿਆ। ਉਹ ਜਾ ਕੇ ਰੋਜ਼ ਸ਼ਿਕਾਇਤਾਂ ਕਰਦਾ ਬਾਦਸ਼ਾਹ ਨੂੰ ਵੀ ਇਹ ਜਿਹੜੀ ਜ਼ਮੀਨ ਸਾਡੀ ਹੈ, ਅਸੀਂ ਇਹਦੇ ਤੇ ਦਾਅਵਾ ਕਰਦੇ ਹਾਂ, ਤੇ ਤੁਸੀਂ ਇੱਕ ਵਾਰ ਆਗਿਆ ਦਿਓ ਵੀ ਇਹ ਧਰਮਸ਼ਾਲਾ ਢਾ ਕੇ ਤੇ ਅਸੀਂ ਇੱਥੇ ਮਸੀਤ ਬਣਾਵਾਂਗੇ। ਕਰ ਹੈ ਵਜ਼ੀਰ ਖਾਨ ਤਹਿ ਮੋਰਨ। ਪਰ ਸਤਿਗੁਰੂ ਚੰਗੀ ਗੱਲ ਇਹ ਆ ਵੀ ਉਥੇ ਗੁਰੂ ਘਰ ਦਾ ਜਿਹੜਾ ਸ਼ਰਧਾਲੂ ਵਜ਼ੀਰ ਖਾਂ ਹੈ,
ਉਹ ਰੋਜ਼ ਬਾਦਸ਼ਾਹ ਨੂੰ ਗੱਲਾਂ ਕਹਿ ਕੇ ਮੋੜ ਦਿੰਦਾ ਹੈ। ਚੇਤ ਨੀਤ ਰਾਖੋ ਰਖੋਰਨ। ਮਹਾਰਾਜ ਨਹੀਂ ਤਾਂ ਇਹਨਾਂ ਦੀ ਨੀਤ ਸਾਫ਼ ਨਹੀਂ ਹੈ। ਇਹ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਅਸਥਾਨ ਨੂੰ ਢਾਣਾ ਚਾਹੁੰਦੇ, ਮਸੀਤ ਬਣਾਉਣਾ ਚਾਹੁੰਦੇ ਹਨ। ਇਹ ਸ਼ੁੱਧ ਕਰਨ ਕਾਜ ਮੈਂ ਆਵਾ। ਇਸ ਵਾਸਤੇ ਤੁਹਾਨੂੰ ਮੈਂ ਖਬਰ ਦੇਣ ਵਾਸਤੇ ਇੱਥੇ ਆਇਆ ਹਾਂ। ਮਹਾ ਲਾਭ ਤੁਮ ਦਰਸ਼ਨ ਪਾਵਾ। ਮੈਨੂੰ ਲਾਭ ਦੀ ਪ੍ਰਾਪਤੀ ਹੋ ਗਈ ਪਾਤਸ਼ਾਹ, ਤੁਹਾਡੇ ਦਰਸ਼ਨ ਵੀ ਹੋ ਗਏ ਨੇ ਤੇ ਮੈਂ ਆਪ ਜੀ ਨੂੰ ਉਸ ਸਥਾਨ ਦੀ ਖਬਰ ਵੀ ਦੇ ਦਿੱਤੀ ਹੈ। ਸ੍ਰੀ ਸਤਿਗੁਰ ਸੁਖ ਬਾਖ ਬਖਾਨਾ। ਇਹ ਬਚਨ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਫਰਮਾਨ ਕਰਦੇ ਹਨ, ਧਰਮਸਾਲ ਪਰਮੇਸ਼ਵਰ ਥਾਨਾ। ਸਤਿਗੁਰੂ ਕਹਿੰਦੇ ਜਿਹੜੀ ਧਰਮਸ਼ਾਲਾ ਹੈ ਨਾ, ਇਹ ਪਰਮੇਸ਼ਰ ਦਾ ਘਰ ਹੁੰਦਾ ਹੈ। ਗੁਰਦੁਆਰਾ ਜਿਹੜਾ ਪਰਮੇਸ਼ਰ ਦਾ ਘਰ ਹੁੰਦਾ ਹੈ। ਪੁਰਾਣੇ ਸਮੇਂ ਵਿੱਚ ਧਰਮਸ਼ਾਲਾ ਕਹਿੰਦੇ ਸਨ। ਗੁਰਦੁਆਰਾ ਵੀ ਸ਼ਬਦ ਵੀ ਬਾਣੀ ਦੇ ਵਿੱਚ ਬੜੀ ਥਾਵਾਂ ਤੇ ਆਇਆ, ਗੁਰੂਦੁਆਰੇ ਹੋਏ ਸੋਝੀ ਪਾਏ ਸੀ। ਤੋ ਸ਼ਬਦ ਗੁਰੂ ਦਾ ਦਰ, ਧਰਮ ਦੀ ਕਮਾਈ ਕਰਨ ਦਾ ਘਰ, ਉਹਨੂੰ ਕਹਿੰਦੇ ਧਰਮਸਾਲਾ। ਧਰਮਸਾਲ ਜਾਂ ਧਰਮਸ਼ਾਲਾ ਕਹਿ ਦਿੰਦੇ ਨੇ। ਤੋ ਗੁਰਦੁਆਰਾ ਜਿਹੜਾ ਗੁਰੂ ਦਾ ਘਰ ਹੈ, ਗੁਰੂ ਦਾ ਦਰ ਹੈ। ਤੋ ਜਿਹੜਾ ਗੁਰੂ ਦਾ ਦਰ ਹੈ ਇਹ ਅਟਲ ਹੋਇਆ ਕਰਦਾ ਹੈ। ਇਹ ਪਰਮੇਸ਼ਰ ਦਾ ਘਰ ਹੁੰਦਾ ਹੈ, ਕੋਈ ਮਨੁੱਖ ਇਹਨੂੰ ਢਾ ਨਹੀਂ ਸਕਦਾ। ਜਿੱਥੇ ਪਰਮੇਸ਼ਰ ਦੀ ਰਹਿਮਤ ਹੋਵੇ। ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਦੁਸ਼ਟਾਂ ਨੇ ਕਿੰਨੀ ਵਾਰੀ ਹਮਲਾ ਕੀਤਾ, ਚਾਹੇ ਉਹ ਅਬਦਾਲੀ ਵਰਗੇ ਸਨ, ਮੱਸੇ ਰੰਗੜ ਵਰਗੇ ਸਨ, ਇੰਦਰਾ ਵਰਗੀ ਸੀ ਜਿਹਨੇ ਹਰਿਮੰਦਰ ਸਾਹਿਬ ਅਟੈਕ ਕੀਤਾ। ਤੇ ਕੀ ਖਟਿਆ ਉਹਨਾਂ ਨੇ ਬਦਲੇ ਵਿੱਚ? ਗੁਰੂ ਕਾ ਪਰਮੇਸ਼ਰ ਦਾ ਜਿਹੜਾ ਘਰ ਹੈ, ਪਰਮੇਸ਼ਰ ਦੇ ਘਰ ਨੂੰ ਕੋਈ ਨਹੀਂ ਢਾ ਸਕਦਾ। ਜੇ ਢਾਉਣ ਦੀ ਕੋਈ ਕੋਸ਼ਿਸ਼ ਕਰੇਗਾ ਆਪ ਹੀ ਮਿਟ ਜਾਏਗਾ। ਤੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਧਰਮਸਾਲ ਪਰਮੇਸ਼ਰ ਥਾਨਾ। ਜਿਹੜੀ ਧਰਮਸ਼ਾਲਾ ਹੁੰਦੀ ਹੈ ਇਹ ਪਰਮੇਸ਼ਰ ਦਾ ਥਾਂ ਹੁੰਦਾ ਹੈ, ਪਰਮੇਸ਼ਰ ਦਾ ਘਰ ਹੁੰਦਾ ਹੈ। ਇਸ ਕੋ ਬੁਰਾ ਚਿਤ ਹੈ ਜੇ ਮੂਰ। ਜੇਕਰ ਕੋਈ ਮੂਰਖ ਗੁਰੂ ਨਾਨਕ ਸਾਹਿਬ ਦੇ ਪਾਵਨ ਸਥਾਨਾਂ ਦਾ ਬੁਰਾ ਸੋਚੇਗਾ, ਧਰਮਸ਼ਾਲਾ ਦਾ ਮਾੜਾ ਸੋਚੇਗਾ, ਆਪਣੋ ਬੇਗ ਉਖਾੜ ਹੈ ਮੂਰ। ਉਹ ਜਿਹੜਾ ਮੂਰਖ ਆਪਣੀ ਜੜ ਉਖਾੜ ਲਏਗਾ। ਜਿਹੜੀ ਧਰਮਸ਼ਾਲਾ ਅਸਾਂ ਬਣਾਈ ਹੈ ਇਹਦੀ ਕੋਈ ਨੀਂਹ ਵੀ ਹਿਲਾ ਨਹੀਂ ਸਕਦਾ, ਇੱਟ ਵੀ ਹਿਲਾ ਨਹੀਂ ਸਕਦਾ। ਤੇ ਜਿਹੜਾ ਵੀ ਇਹਦਾ ਮਾੜਾ ਸੋਚੇਗਾ, ਈਰਖਾ ਕਰੇਗਾ, ਉਹਦੀ ਆਪਣੀ ਜੜ ਉਖੜ ਜਾਵੇਗੀ। ਸਤਿਗੁਰ ਧਰਮਸਾਲ ਨਿਤ ਥਿਰੀ। ਸਤਿਗੁਰਾਂ ਦੀ ਧਰਮਸ਼ਾਲਾ ਸਦਾ ਲਈ ਅਬਚਲ ਹੈ, ਸਦਾ ਲਈ ਟਿਕਾ ਦੇ ਵਿੱਚ ਹੈ। ਅਬਚਲ ਨੀਵ ਪਰਮੇਸ਼ਵਰ ਕਰੀ। ਕਿਉਂਕਿ ਅਬਚਲ ਨੀਵ ਰਖਾਈ ਗੁਰੂ ਨਾਨਕ। ਇਹ ਗੁਰੂ ਨਾਨਕ ਸਾਹਿਬ ਪਰਮੇਸ਼ਰ ਨੇ ਅਬਚਲ ਨੀਵ ਰੱਖੀ ਹੈ। ਜਿਸ ਸਥਾਨ ਦੀ ਅਬਚਲ ਨੀਵ ਹੋਵੇ ਉਹਨੂੰ ਕੋਈ ਢਾ ਨਹੀਂ ਸਕਦਾ। ਇਮ ਕਹਿ ਸੁਣ ਕੇ ਸਿੱਖ ਲੰਗਾਹੋ। ਇਸ ਤਰ੍ਹਾਂ ਭਾਈ ਲੰਗਾ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣੇ। ਸਤਿਗੁਰ ਕਹਿਓ ਅਬ ਹੈ ਤੂੰ ਜਾਹੋ। ਸਤਿਗੁਰੂ ਕਹਿਣ ਲੱਗੇ ਭਾਈ ਲੰਗਾ ਜੀ ਹੁਣ ਤੁਸੀਂ ਵਾਪਸ ਲਾਹੌਰ ਚਲੇ ਜਾਵੋ। ਅੰਤਰ ਬਾਹਰ ਸੇਵਾ ਸਾਰੀ। ਜਾ ਕੇ ਪ੍ਰੇਮ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਪਾਵਨ ਘਰ ਦੀ ਸੇਵਾ ਕਰੋ। ਆਮਦ ਖਰਚਨ ਲੇਹੋ ਸੰਭਾਰੀ। ਜਿਤਨੀ ਵੀ ਆਮਦਨ ਹੈ, ਜਿਤਨਾ ਵੀ ਖਰਚਾ ਹੁੰਦਾ ਉਹਦੀ ਸਾਰੀ ਦੀ ਸੰਭਾਲਣਾ ਕਰੋ। ਧਰਮਸਾਲ ਮਹਿ ਜੇਤਕ ਸੰਗਤ। ਧਰਮਸ਼ਾਲਾ ਵਿੱਚ ਜਿੰਨੀ ਵੀ ਸੰਗਤ ਆਉਂਦੀ ਹੈ ਦੇਹੋ ਆਹਾਰ ਸਭ ਹੀਨ ਕਰ ਪੰਗਤ। ਸਾਰਿਆਂ ਨੂੰ ਉਥੇ ਲੰਗਰ ਛਕਾਉਣਾ। ਹਰ ਰੋਜ਼ ਗੁਰੂ ਘਰ ਦੇ ਵਿੱਚ ਲੰਗਰ ਬਣਨਾ ਚਾਹੀਦਾ ਹੈ ਤਾਂ ਕਿ ਲੋੜਵੰਦ ਆ ਕੇ ਗੁਰੂ ਕਾ ਲੰਗਰ ਛਕ ਸਕਣ। ਦੇਗ ਚਲਾਵਤ ਰਹੀ ਹੈ ਨੀਤ। ਨਿਤ ਹੀ ਗੁਰੂ ਘਰ ਦੇ ਵਿੱਚ ਦੇਗ ਚਲਾ ਕੇ ਰੱਖਣੀ ਹੈ। ਸੇਵੋ ਭਲੇ ਹਿਰਦੈ ਕਰ ਪ੍ਰੀਤ। ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਸੇਵਾ ਕਰਨੀ ਹੈ। ਇਸ ਸਤਿਗੁਰ ਕੀ ਆਇਸ ਪਾਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕਰਕੇ ਚਰਨ ਕਮਲ ਪਰ ਨੀਸ ਨਿਵਾਏ। ਸਾਹਿਬ ਦੇ ਚਰਨਾਂ ਕਬਲਾਂ ਉੱਪਰ ਭਾਈ ਲੰਗਾ ਨੇ ਸੀਸ ਨਵਾਇਆ ਹੈ। ਲਾਭਪੁਰ ਕੇ ਮਾਰਗ ਚਲ ਗਇਓ। ਗੁਰਦੇਵ ਦੀ ਆਗਿਆ ਪ੍ਰਾਪਤ ਕਰਕੇ ਭਾਈ ਲੰਗਾ ਜੀ ਲਾਹੌਰ ਨੂੰ ਵਾਪਸ ਚਲੇ ਗਏ। ਦਰਸ਼ਨ ਤੇ ਹਰਕਤ ਚਿਤ ਭਇਓ। ਮਹਾਰਾਜ ਜੀ ਦੇ ਦਰਸ਼ਨ ਕਰਨੇ ਕਰਕੇ ਉਹਨਾਂ ਦਾ ਚਿੱਤ ਮਨ ਬੜਾ ਖੁਸ਼ ਪ੍ਰਸੰਨ ਹੋ ਗਿਆ ਹੈ। ਦੁਆਰਾ ਤਿੰਨਿਆ ਨਹੀਂ ਅਰੂਜ। ਇਧਰ ਭਾਈ ਜਿਹੜੇ ਦੁਆਰਾ ਜੀ ਸਨ ਉਹ ਆਪਣੀ ਬੇਟੀ ਦੇ ਨੇਹ ਵਿੱਚ ਰੁੱਝੇ ਹੋਏ ਹਨ। ਹਾਥ ਜੋੜ ਸਤਿਗੁਰ ਸੋ ਬੁਝਾ। ਉਹਨਾਂ ਨੇ ਦੋਨੇ ਹੱਥ ਜੋੜ ਕੇ ਮਹਾਰਾਜ ਨੂੰ ਪੁੱਛਿਆ ਹੈ, ਕਬ ਦਰਸ਼ਨ ਮੈਂ ਲਹੋ ਤੁਹਾਰਾ। ਪਾਤਸ਼ਾਹ ਮੈਂ ਹੁਣ ਤੁਹਾਡੇ ਕਦੋਂ ਦਰਸ਼ਨ ਪ੍ਰਾਪਤ ਕਰਾਂਗਾ। ਬੜ ਕਿਰਪਾਲ ਮੁਝ ਪਤੇ ਦੋ ਉਦਾਰਾ। ਆਪ ਜੀ ਬੜੇ ਕਿਰਪਾਲੂ ਹੋ, ਬੜੇ ਦਿਆਲੂ ਹੋ। ਰਹਿਮਤਾਂ ਕੀਤੀਆਂ ਮੇਰੇ ਜੈ ਪਤਤ ਦਾ ਤੁਸੀਂ ਉਧਾਰ ਕੀਤਾ। ਮਹਾਰਾਜ ਮੇਰੀ ਬੇਟੀ ਦੀ ਸਗਾਈ ਕਬੂਲ ਕਰਕੇ ਆਪ ਜੀ ਨੇ ਆਨੰਦ ਕਾਰਜ ਕਰਵਾਏ, ਮੇਰਾ ਭਲਾ ਕਰ ਦਿੱਤਾ ਹੈ। ਦਰਸ਼ਨ ਕੀ ਦੀ ਰਗ ਜਿਸ ਪਿਆਸਾ। ਜਿਸ
ਭਾਈ ਦੁਆਰੇ ਦੇ ਮਨ ਦੇ ਅੰਦਰ ਮਹਾਰਾਜ ਦੇ ਦਰਸ਼ਨਾਂ ਦੀ ਬੜੀ ਭਾਰੀ ਪਿਆਸ ਹੈ। ਅੰਤਰਜਾਮੀ ਬਾਕ ਪ੍ਰਕਾਸ਼ਾ ਉਹਨਾਂ ਦੇ ਹਿਰਦੇ ਦੀ ਭਾਵਨਾ ਨੂੰ ਜਾਣ ਕੇ ਮਹਾਰਾਜ ਅੰਤਰਜਾਮੀ ਗੁਰਦੇਵ ਨੇ ਬਚਨ ਕੀਤੇ ਹਨ। ਬ੍ਰਿਜ ਸਿੰਪਾ ਕਰੋ ਜੇ ਇਹ। ਮਹਾਰਾਜ ਕਹਿੰਦੇ ਸਾਹਮਣੇ ਨਾ ਟਾਹਲੀ ਦਾ ਦਰਖਤ ਖੜਿਆ ਹੋਇਆ ਹੈ, ਜਿੱਥੇ ਭਾਈ ਲੰਗਾਹ ਜੀ ਮਹਾਰਾਜ ਨੂੰ ਮਿਲੇ ਸਨ ਉਸ ਸਥਾਨ ਦੀ ਗੱਲ ਹੈ। ਟਾਹਲੀ ਦਾ ਦਰਖਤ ਸੀ ਤੇ ਉਹਨੂੰ ਵੇਖ ਕੇ ਪਾਤਸ਼ਾਹ ਕਹਿਣ ਲੱਗੇ ਹਨ, ਇਸ ਬਿਕ ਹਮ ਦਰਸ਼ਨ ਫਲ ਲੇਹੋ। ਹਜ਼ੂਰ ਕਹਿੰਦੇ ਵੀ ਜੇ ਤੇਰੇ ਮਨ ਵਿੱਚ ਦਰਸ਼ਨਾਂ ਦੀ ਇੰਨੀ ਪਿਆਸ ਹੈ ਨਾ, ਆ ਜਿਹੜਾ ਸਾਹਮਣੇ ਟਾਹਲੀ ਦਾ ਦਰਖਤ ਹੈ ਜਿੱਥੇ ਅਸੀਂ ਖਲੋਤੇ ਆ, ਇਹ ਟਾਹਲੀ ਦੇ ਦਰਸ਼ਨਾਂ ਦੇ ਦਰਸ਼ਨ ਕਰ ਲਿਆ ਕਰ। ਟਾਹਲੀ ਦੇ ਦਰਖਤ ਦੇ ਸਾਡੇ ਦਰਸ਼ਨਾਂ ਦਾ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ। ਤਰਹਿ ਭਾਵਨ ਇਸਕੋ ਹੀਰੇ। ਨਾਲੇ ਸਾਹਿਬ ਨੇ ਬਚਨ ਕੀਤਾ ਜਿਹੜਾ ਵੀ ਭਾਵਨਾ ਧਾਰਨ ਕਰਕੇ ਇਸ ਸਥਾਨ ਦੇ ਦਰਸ਼ਨ ਕਰੇਗਾ, ਤਿਸ ਨਰ ਕੋ ਹੋਏ ਪੁੰਨ ਵਡੇਰੇ। ਉਸ ਮਨੁੱਖ ਨੂੰ ਭਾਰੀ ਪੁੰਨ ਦੀ ਪ੍ਰਾਪਤੀ ਹੋਵੇਗੀ। ਹੋਏ ਹੈ ਇਸਕੋ ਨਾਮ ਚੁਲਾਟਾ। ਮਹਾਰਾਜ ਕਹਿੰਦੇ ਇਸ ਜਗ੍ਹਾ ਦਾ ਨਾਮ ਅੱਜ ਤੋਂ ਬਾਅਦ ਚੁਟਾਲਾ ਹੋਵੇਗਾ। ਬਿਖਤ ਬਿਸਾਲ ਰਹਿ ਸਿਰ ਕਾਲਾ। ਔਰ ਬਹੁਤ ਲੰਮਾ ਸਮਾਂ ਇਹ ਜਿਹੜਾ ਨਗਰ ਸੰਸਾਰ ਵਿੱਚ ਪ੍ਰਗਟ ਰਹੇਗਾ। ਗੁਰਦੁਆਰਾ ਟਾਹਲੀ ਸਾਹਿਬ ਇਹ ਜਿਹੜਾ ਪਾਵਨ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਜਿੱਥੇ ਗੁਰੂ ਸਾਹਿਬ ਜੀ ਨੇ ਖਲੋ ਕੇ ਭਾਈ ਦੁਆਰਾ ਜੀ ਨੂੰ ਇਹ ਬਚਨ ਆਖੇ ਹਨ, ਸਤਿਗੁਰ ਸਰ ਜਾਨ ਥਲ ਵਡੇ। ਸੋ ਇਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਦੁਆਰਾ ਜੀ ਨੂੰ ਸਹੁਰੇ ਦੇ ਥਾਂ ਤੇ ਜਾਣ ਕੇ ਉਹਨਾਂ ਦਾ ਬੜਾ ਸਨਮਾਨ ਕੀਤਾ ਹੈ। ਸਨਮਾਨਿਓ ਬਹੁਤ ਹੈ ਕਿ ਹੀ ਛੱਡੇ। ਉਹਨਾਂ ਦਾ ਅਦਬ ਸਨਮਾਨ ਕਰਕੇ ਪਾਤਸ਼ਾਹ ਨੇ ਆਖਿਆ ਵੀ ਤੁਸੀਂ ਹੁਣ ਘਰ ਨੂੰ ਵਾਪਸ ਚਲੇ ਜਾਓ ਤੇ ਅਸੀਂ ਅੰਮ੍ਰਿਤਸਰ ਸਾਹਿਬ ਜਾਣਾ ਹੈ। ਭਾਗਨ ਸਾਸ ਖਰੀ ਕਰ ਜੋਰ। ਸਤਿਗੁਰਾਂ ਦੀ ਜਿਹੜੀ ਸੱਸ ਸੀ ਬੀਬੀ ਭਾਗਣ, ਉਹ ਵੀ ਹੱਥ ਜੋੜ ਕੇ ਖਲੋਤੀ ਹੈ। ਕਰ ਬੰਧਨ ਗੁਰ ਤਿਸ ਕੀ ਔਰ। ਉਹਨਾਂ ਨੇ ਪ੍ਰੇਮ ਨਾਲ ਸਤਿਗੁਰਾਂ ਵੱਲ ਨਮਸਕਾਰ ਕੀਤੀ ਹੈ। ਕਰਿਓ ਪਿਆ ਲਿਏ ਸਭ ਸੰਗ। ਇਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਤੇਰੇ ਰਾਵਤੀ ਤਰੰਗ। ਰਸਤੇ ਵਿੱਚ ਜਾਂਦਿਆਂ ਮਹਾਰਾਜ ਨੇ ਰਾਵੀ ਨਦੀ ਨੂੰ ਵੇਖਿਆ ਹੈ। ਤਰਨੀ ਤੇ ਤਰ ਕਿਰਤਰ ਤੀਰ। ਇਸ ਤਰ੍ਹਾਂ ਬੇੜੀ ਉੱਪਰ ਸਵਾਰ ਹੋ ਕਰਕੇ ਰਾਵੀ ਨਦੀ ਨੂੰ ਪਾਰ ਕੀਤਾ ਹੈ। ਡੇਰਾ ਕੀ ਨਸ ਗੁਨੀ ਗਹੀਰ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਵੀ ਨੂੰ ਪਾਰ ਕਰਕੇ ਆਪਣਾ ਡੇਰਾ ਕਰ ਲਿਆ। ਤਿਸ ਥਲ ਸ੍ਰੀ ਨਾਨਕ ਕੀ ਵੇਰੀ। ਉਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਸਥਾਨ ਸੀ, ਗੁਰਦੁਆਰਾ ਬੇਰੀ ਸਾਹਿਬ। ਕਿਉਂਕਿ ਪਾਤਸ਼ਾਹ ਨੇ ਦਾਤਣ ਕੀਤੀ, ਉੱਥੇ ਦਾਤਣ ਕਰਕੇ ਨਾ ਇਦਾਂ ਕੰਢੇ ਤੇ ਹੀ ਦਾਤਣ ਗੱਡ ਦਿੱਤੀ ਤੇ ਉਹ ਦਰਖਤ ਜਿਹੜਾ ਸੀ ਉੱਥੇ ਹੀ ਪ੍ਰਗਟ ਹੋ ਗਿਆ। ਉਸ ਪਾਵਨ ਪਵਿੱਤਰ ਸਥਾਨ ਤੇ ਮਹਾਰਾਜ ਨੇ ਦਰਸ਼ਨ ਕੀਤੇ ਹਨ। ਬੰਧਨ ਠਾਨ ਪਾਉ ਕਰ ਹੇਰੀ। ਹਿਰਦੇ ਵਿੱਚ ਭਾਉ ਪ੍ਰੇਮ ਧਾਰਨ ਕਰਕੇ ਇਸ ਬੇਰੀ ਦੇ ਦਰਸ਼ਨ ਕੀਤੇ ਤੇ ਨਮਸਕਾਰ ਕੀਤੀ ਹੈ। ਸੋਦਹਿਤ ਸਿੱਖ ਸੁਦਾਸਰ ਨਗਰੀ। ਇਸ ਤਰ੍ਹਾਂ ਖਬਰ ਦੇਣ ਵਾਸਤੇ ਇੱਕ ਸਿੱਖ ਨੂੰ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਿਆ ਹੈ। ਕਠੇ ਸਿੰਘ ਹੀ ਪਾਰੀ ਸਿੱਖ ਨੇ ਜਾ ਕਰਕੇ ਸਾਰੀ ਜਿਹੜੀ ਖਬਰ ਸਾਰ ਹੈ ਉਹ ਘਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਗ੍ਰਹਿ ਵਿਖੇ ਦੇ ਦਿੱਤੀ ਹੈ। ਸੁਨਤ ਮਾਤ ਰੰਗਾਹ ਰਖਾਈ। ਇਹ ਬਚਨ ਸੁਣ ਕੇ ਮਾਤਾ ਗੰਗਾ ਜੀ ਬੜੇ ਪ੍ਰਸੰਨ ਹੋਏ ਹਨ। ਆਵਹਿ ਅੰਬਲਾ ਦੇਖ ਵਧਾਈ। ਸਾਰੇ ਨਗਰ ਵਿੱਚ ਗੱਲ ਫੈਲ ਗਈ, ਗੁਰੂ ਹਰਗੋਬਿੰਦ ਸਾਹਿਬ ਦੇ ਆਨੰਦ ਕਾਰਜ ਹੋਏ ਨੇ। ਤੋ ਇਸ ਵਾਸਤੇ ਜਿਹੜੀਆਂ ਬੀਬੀਆਂ ਹਨ ਉਹ ਵਧਾਈ ਦੇਣ ਵਾਸਤੇ ਆਉਣ ਲੱਗੀਆਂ ਹਨ। ਨੌਬਤ ਲਗੀ ਭਜਨ ਮੁਰਦੈਨੀ। ਸਾਧ ਸੰਗਤ ਘਰ ਦੇ ਵਿੱਚ ਨੌਬਤਾਂ ਵੱਜਣ ਲੱਗੀਆਂ ਜੋ ਮਨ ਨੂੰ ਪ੍ਰਸੰਨ ਕਰਦੀਆਂ ਹਨ। ਮਿਲੀ ਬ੍ਰਿੰਦ ਨਾਗਰ ਪਿਕ ਬੈਨੀ। ਨਗਰ ਦੀਆਂ ਨੇਕਾਂ ਬੀਬੀਆਂ ਆਪਸ ਵਿੱਚ ਮਿਲ ਕਰਕੇ ਗਾਏ ਮਧੁਰ ਸੁਰ ਗੀਤ ਕਨੇਰੇ। ਬੜੇ ਮਿੱਠੀ ਸੁਰ ਦੇ ਵਿੱਚ ਸਤਿਗੁਰਾਂ ਦੀ ਸ਼ੋਭਾ ਦੇ ਗੀਤ ਗਾਉਂਦੇ ਹਨ। ਮੰਗਤ ਜਨਦਾ ਜਾਨ ਬਡੇਰੇ। ਅਨੇਕਾਂ ਮੰਗਤ ਜਨ ਮੰਗਣ ਵਾਸਤੇ ਆਉਂਦੇ, ਉਹਨਾਂ ਨੂੰ ਮਾਤਾ ਗੰਗਾ ਜੀ ਦਾਨ ਦਿੰਦੇ ਹਨ। ਲੈਨ ਗਾਇਓ ਕੀ ਕਰ ਤਿਆਰੀ। ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਲੈਣ ਵਾਸਤੇ, ਗੁਰਦੇਵ ਦਾ ਸਤਿਕਾਰ ਕਰਨ ਵਾਸਤੇ ਆਪਣੀ ਤਿਆਰੀ ਕਰ ਲਈ ਹੈ। ਜਿਸ ਬਰਾਤ ਕੀ ਹਵੈ ਸੁਧ ਸਾਰੀ। ਜਿਸ ਤਰ੍ਹਾਂ ਬਰਾਤ ਦੀ ਖਬਰ ਸਾਰ ਪ੍ਰਾਪਤ ਹੋਈ ਕਿ ਮਹਾਰਾਜ ਸੱਚੇ ਪਾਤਸ਼ਾਹ ਬਰਾਤ ਦੇ ਸਮੇਤ ਨਗਰੀ ਦੇ ਨੇੜੇ ਪਹੁੰਚ ਗਏ ਹਨ। ਉੱਚ ਸਤਿਗੁਰ ਕੋ ਨਿਆਸ ਪਿਤਾਨਾ। ਸਾਰੇ ਗੁਰਸਿੱਖਾਂ ਨੇ ਤਿਆਰੀ ਕਰ ਲਈ ਚੱਲਣ ਦੀ।
ਇੱਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਰਾਤ ਰਸਤੇ ਵਿੱਚ ਬਿਤਾਈ ਹੈ। ਬਾਜ ਰੋਡੇ ਬਾਜ ਬਜਾਏ, ਅਗਲੇ ਦਿਨ ਸਤਿਗੁਰੂ ਘੋੜੇ ਤੇ ਸਵਾਰ ਹੋਏ, ਵਾਜੇ ਵਜਾ ਕੇ ਨਗਾਰਿਆਂ ਤੇ ਚੋਟਾਂ ਮਾਰ ਕੇ ਚੱਲ ਪਏ। ਡੇਰਾ ਕਰੇ ਅਗਾਰੀ ਚਲੇ, ਸਤਿਗੁਰੂ ਜੀ ਕੁਝ ਕੁ ਅੱਗੇ ਚੱਲੇ ਹਨ। ਸੋ ਪੱਟ ਤੁਰੰਗ ਚਲੈ ਤਬ ਜਾਲੇ। ਅੱਗੇ ਅੱਗੇ ਮਹਾਰਾਜ ਜਾਂਦੇ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਨਾਲ ਫੌਜਾਂ ਜਾਂਦੀਆਂ ਹਨ। ਆਨ ਦਤ ਅੰਮ੍ਰਿਤ ਸਰ ਤੀਰ, ਚਲਦੇ ਚਲਦੇ ਮਹਾਰਾਜ ਆਨੰਦਿਤ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਹੁੰਚੇ ਹਨ। ਪਹੁੰਚੇ ਆਏ ਲਿਐ ਨਰ ਪੀਰ। ਇਸ ਪ੍ਰਕਾਰ ਅਨੇਕਾਂ ਹੀ ਗੁਰਸਿੱਖ ਜਿਹੜੇ ਸਨ ਮਹਾਰਾਜ ਦੇ ਦਰਸ਼ਨ ਕਰਨ ਲਈ ਸੰਗਤਾਂ ਦੀ ਭੀੜ ਲੈ ਕੇ ਬਾਬਾ ਬੁੱਢਾ ਜੀ ਨਗਰ ਤੋਂ ਬਾਹਰ ਆਏ ਹਨ। ਫਿਰ ਕੀ ਵਿਧੀ ਬ੍ਰਿੰਦ ਬਜਾਰਨ, ਜਿਤਨੇ ਵੀ ਕਹਿੰਦੇ ਬਾਜ਼ਾਰ ਸਨ, ਬਾਜ਼ਾਰਾਂ ਦੀਆਂ ਗਲੀਆਂ ਸਨ, ਹਰ ਪਾਸੇ ਜਲ ਦਾ ਸੁਗੰਧੀ ਦਾ ਛਿੜਕਾਓ ਕੀਤਾ ਹੈ। ਕਿਦਗ ਪਿਗਤ ਹੈ ਚੜੇ ਅਟਾਰਨ। ਕਈ ਘਰ ਦੇ ਦਰਵਾਜ਼ਿਆਂ ਵਿੱਚ ਖਲੋ ਗਏ, ਕਈ ਗਲੀਆਂ ਵਿੱਚ ਖਲੋ ਗਏ, ਕਈ ਘਰ ਦੀਆਂ ਟਾਰੀਆਂ ਤੇ ਜਾ ਚੜੇ ਹਨ। ਜਾਣੇ ਜਬ ਨੇ ਰੇ ਪੁਰਾਏ, ਜਦੋਂ ਸਭ ਨੇ ਜਾਣ ਲਿਆ ਕਿ ਸਤਿਗੁਰੂ ਨਗਰ ਦੇ ਨੇੜੇ ਆ ਗਏ ਹਨ। ਨਾਰ ਨਾਗਰੀ ਭਈ ਅਗਾਏ। ਇਸ ਪ੍ਰਕਾਰ ਨਗਰ ਦੀਆਂ ਜਿਹੜੀਆਂ ਬੀਬੀਆਂ ਸਨ ਉਹ ਅੱਗੇ ਨੂੰ ਵਧੀਆਂ ਹਨ। ਗੂੰਦ ਗੂੰਦ ਫੁੱਲਣ ਕੀ ਮਾਲਾ, ਸੋਹਣੇ ਫੁੱਲਾਂ ਦੀਆਂ ਮਾਲਾ ਲੈ ਕੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ, ਸੁਗੰਧੀਆਂ ਛੜਕਾਈਆਂ ਹਨ। ਲੈ ਲੈ ਮਿਲੀ ਜਾਏ ਗਨ ਬਾਲਾ। ਇਸ ਤਰ੍ਹਾਂ ਉਹ ਬੀਬੀਆਂ ਫੁੱਲਾਂ ਦੀਆਂ ਮਾਲਾਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਮਿਲੀਆਂ ਹਨ। ਪਾਠਨ ਕੀਬ ਬੋਲਤ ਆਵੈ, ਜਿਹੜੇ ਪਟ ਨਗੀਬ ਹਨ ਉਹ ਸਤਿਗੁਰੂ ਜੀ ਦੇ ਸਾਹਮਣੇ ਬੋਲਦੇ ਆਉਂਦੇ ਹਨ। ਬਹੁ ਡੋਰੇ ਪਰ ਤਨ ਬਰਖਾਵੈ। ਇਸ ਤਰ੍ਹਾਂ ਇੱਧਰ ਕੁਝ ਬੀਬੀਆਂ ਡੋਰੇ ਉੱਪਰ ਧਨ ਦੀ ਵਰਖਾ ਕਰਦੀਆਂ, ਜਿਸ ਡੋਲੇ ਵਿੱਚ ਮਾਤਾ ਮਰਵਾਈ ਜੀ ਵਿਰਾਜੇ ਹਨ। ਪੁਨ ਕੋ ਮੋਦ ਦੇਤ ਕਰ ਆਏ, ਸਾਰੀ ਨਗਰੀ ਨੂੰ ਪ੍ਰਸੰਨਤਾ ਦਿੰਦੇ ਮਹਾਰਾਜ ਆਪਣੇ ਘਰ ਵਿੱਚ ਆਏ ਹਨ। ਕੰਗ ਮਾਤ ਕੁਲ ਗੀਤ ਕਰਾਏ, ਮਾਤਾ ਗੰਗਾ ਜੀ ਨੇ ਸਾਰੀ ਮਰਿਆਦਾ ਨੂੰ ਨਿਭਾਉਣਾ ਕੀਤਾ ਹੈ। ਸਾਜ ਆਰਤੀ ਅਗਰ ਉਤਾਰੀ, ਆਰਤੀ ਨੂੰ ਸਜਾ ਕੇ ਪ੍ਰੇਮ ਨਾਲ ਮਹਾਰਾਜ ਜੀ ਦੀ ਆਰਤੀ ਉਤਾਰੀ ਹੈ। ਯਸ ਵਾਰ ਬਾਰ ਬਰਵਾਰੀ, ਮਹਾਰਾਜ ਦੇ ਸੀਸ ਤੋਂ ਜਲ ਵਾਰ-ਵਾਰ ਕੇ ਮਾਤਾ ਜੀ ਛਕਦੇ ਹਨ। ਅੰਦਰ ਸਦਨ ਬਿਰਾਜੇ ਜਾਏ, ਛੇਵੇਂ ਪਾਤਸ਼ਾਹ ਆਪਣੇ ਮਹਿਲਾਂ ਵਿੱਚ ਜਾ ਬਿਰਾਜੇ ਹਨ। ਦੇਖ ਨੂੰ ਗਾ ਸਦ ਕੋ ਸੁਖ ਪਾਏ। ਮਾਤਾ ਗੰਗਾ ਜੀ ਆਪਣੀ ਨੂੰਹ ਤੇ ਆਪਣੇ ਪੁੱਤਰ ਨੂੰ ਵੇਖ ਕੇ ਬੜੇ ਖੁਸ਼ ਪ੍ਰਸੰਨ ਹੁੰਦੇ ਨੇ, ਭਾਰੀ ਸੁੱਖਾਂ ਦੀ ਪ੍ਰਾਪਤੀ ਕਰਦੇ ਹਨ। ਸ੍ਰੀ ਹਰਗੋਬਿੰਦ ਪੁਨ ਉਠਾਏ, ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਠ ਕੇ ਵਾਪਸ ਆ ਗਏ ਹਨ। ਸ੍ਰੀ ਅੰਮ੍ਰਿਤਸਰ ਵਿਖੈ ਨਹਾਏ, ਸਤਿਗੁਰਾਂ ਨੇ ਪਾਵਨ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ। ਲਿਏ ਪ੍ਰਸਾਦ ਗਏ ਦਰਬਾਰ, ਕੜਾ ਪ੍ਰਸ਼ਾਦੀ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੋਹਣੇ ਦਰਬਾਰ ਵਿੱਚ ਗਏ ਹਨ। ਹੱਥ ਜੋੜ ਕਰ ਬੰਧਨ ਧਾਰ, ਦੋਨੇ ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ। ਪਾਏ ਬ੍ਰਿਧ ਸਹਿਤ ਗੁਰਦਾਸ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੇ ਸਮੇਤ ਮਿਲੇ ਨੋਮ ਹਰ ਹਰਖ ਪ੍ਰਕਾਸ਼। ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹਨ। ਦੀਨ ਪਰ ਛੰਨਾ ਪੁਨ ਹਟ ਆਏ, ਸਤਿਗੁਰੂ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ, ਉਪਰੰਤ ਵਾਪਸ ਆ ਗਏ ਹਨ। ਸ੍ਰੀ ਅਕਾਲ ਤਖਤ ਕੀ ਥਾਏ, ਜਿਸ ਜਗ੍ਹਾ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪਾਵਨ ਸਥਾਨ ਸੁਸ਼ੋਭਿਤ ਹੈ, ਉੱਥੇ ਆ ਕੇ ਮਹਾਰਾਜ ਬਿਰਾਜੇ ਹਨ। ਫਰਸ਼ ਕਰਾਏ ਦੀਵਾਨ ਲਗਾਇਓ, ਸਿੱਖਾਂ ਨੇ ਫਰਸ਼ ਆਦਿਕ ਵਿਛਾ ਦਿੱਤਾ, ਗਲੀਚੇ ਵਿਛ ਗਏ, ਭਾਰੀ ਦੀਵਾਨ ਸਜ ਗਿਆ ਹੈ। ਸਭ ਆਏ ਗੁਰ ਦਰਸ਼ਨ ਪਾਇਓ, ਸਾਧ ਸੰਗਤ ਸਾਰੀਆਂ ਸੰਗਤਾਂ ਨੇ ਆ ਕੇ ਗੁਰਦੇਵ ਦੇ ਦਰਸ਼ਨ ਪ੍ਰਾਪਤ ਕੀਤੇ ਹਨ। ਕਰ ਕਰ ਬੰਧਨ ਬੈਠਾ ਹੈ ਪਾਸ, ਮਹਾਰਾਜ ਨੂੰ ਨਮਸਕਾਰਾਂ ਕਰਕੇ ਸਾਰੇ ਕੋਲ ਬਹਿੰਦੇ ਹਨ। ਸਭ ਸੋ ਬੋਲਤ ਬਚਨ ਬਿਲਾਸ, ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਨਾਲ ਬਚਨ ਬਿਲਾਸ ਕਰਦੇ ਹਨ। ਪੈਂਦੇ ਖਾਜੁਤ ਪਟਗਨ ਆਇਓ, ਪੈਂਦੇ ਖਾਂ ਸੂਰਮਿਆਂ ਦੇ ਸਮੇਤ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਹੈ। ਮੋਹ ਰਹਿ ਲੋਚਨ ਬਿਕਸਾਏ, ਸਤਿਗੁਰੂ ਮਹਾਰਾਜ ਨੂੰ ਪ੍ਰੇਮ ਨਾਲ ਨਮਸਕਾਰ ਕੀਤੀ ਹੈ। ਕਰਿਓ ਖਾਨ ਕੋ ਮਾਨ ਕਨੇਰਾ, ਮਹਾਰਾਜ ਨੇ ਪੈਂਦੇ ਖਾਂ ਦਾ ਬੜਾ ਮਾਨ ਸਨਮਾਨ ਕੀਤਾ। ਬੜਾ ਭਾਰੀ ਮਹਾਨ ਬਲੀ ਯੋਧਾ ਸੀਗਾ ਤੇ ਸਤਿਗੁਰੂ ਨੂੰ ਚੰਗਾ ਘੋੜਾ, ਚੰਗੇ ਬਸਤਰ, ਚੰਗੇ ਸ਼ਸਤਰ ਦਿਆ ਕਰਦੇ ਸਨ। ਤੋ ਬਲਵਾਨ ਸੂਰਮਾ ਹੋਣੇ ਕਰਕੇ ਉਹਦਾ ਬੜਾ ਅਦਬ ਮਾਣ ਮਹਾਰਾਜ ਨੇ ਕੀਤਾ ਹੈ। ਬਟਨ ਕੁਸ਼ਲ ਬੂਜੀ ਤੇ ਸਵੇਰਾ, ਜਿਤਨੇ ਵੀ ਸੂਰਮੇ ਸਨ ਸਾਰੇ ਸੂਰਮਿਆਂ ਦੀ ਸੁਖ ਸ਼ਾਂਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਛੀ ਹੈ।
ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਸੁਪੁੱਤਰੀ ਬੀਬੀ ਵੀਰੋ ਜੀ, ਬਾਬਾ ਸੂਰਜਮਾਲ ਭਾਈ, ਬਾਬਾ ਅਣੀ ਰਾਏ ਜੀ, ਇਹਨਾਂ ਦਾ ਜਨਮ ਹੋਵੇਗਾ। ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਕਥਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾ। ਹੇ ਸਮਰਾਥ ਅਗਮ ਪੂਰਨ ਮੋਹਿ ਮਾਇਆ ਤਾ, ਅੰਧਕੂਪ ਮਹਾ ਭਿਆਨ ਨਾਨਕ ਪਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤੋ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਹਿਬ ਜੀ। ਤਨਸਰੀ ਮਹਲਾ ਪਹਿਲਾ ਆਰਤੀ। ਇੱਕ ਓੰਕਾਰ गगन में थाल रब चंद दीपक बने तारिका
ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਸੈਸ ਤਬ ਨੈਨ ਨਨ ਨੈਨ ਹੈ ਸਹਿਸ ਮੂਰਤ ਨੰਨਾ ਏਕ ਦੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਇ ਤਿਸ ਕੇ ਚਾਨਣ ਸਭ ਮੈਂ ਚਾਨਣ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਬਲ ਮਕਰੰਦ ਲੋ ਅਨ ਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੀ ਨਾਮ ਤੇਰੋ ਆਸਨੋ ਨਾਮ ਤੇਰੋ ਰਸਾ ਨਾਮ ਤੇਰਾ ਕੇਸਰੋ ਲੈ ਛਿਟਕਾਰੀ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਪੁਜਾਰੀ ਨਾਮ ਤੇਰਾ ਦੀਵਾ ਨਾਮ ਤੇਰੋ ਆਤੀ ਨਾਮ ਤੇਰੋ ਤੇਲ ਲੈ ਮਾਹੀ ਪਸਾਰੀ ਨਾਮ ਤੇਰੇ ਕੀ ਜੋਤ ਲਗਾਏ ਨਾਮ ਤੇਰੇ ਕੀ ਜੋਤ ਲਗਾਏ ਭਇਓ ਉਜਿਆਰੁ ਪਵਨ ਸਗਲਾਰੀ ਨਾਮ ਤੇਰੋ ਤਾਗਾ ਨਾਮ ਫੂਲ ਪਾਰ 18 ਸਗਲ ਤੇਰੋ ਕੀਆ ਤੁਝੇ ਕਿਆ ਅਰਪੋ ਨਾਮ ਤੇਰਾ ਦਸ ਅਠ ਸਠੀ ਚਾਰੇ ਇਹ ਹੈ ਬਰਤਨ ਹੈ ਸਗਲ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਧੂਪ ਦੀਪ ਕ੍ਰਿਤ ਸਾਜਿਆਰ ਬਾਰਨੇ ਜਾਉ ਕਮਲਾ ਪਾਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਏ ਕੋ ਉਤਮ ਦੀਆ ਨਿਰਮਲ ਵਾਤੀ ਤੂੰ ਹੀ ਨਿਰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਪੂਰਨ ਪਰਮਾਨੰਦ ਬਹਾਨੇ ਮਦ
बदन मूरत पे तार गोविंदे सैन पणे भज परमानंदे सुन संध्या तेरी देव देवा कर सुन संध्या तेरी देव देवा कर अद पद आद सिद्ध समाद अंत नहीं पाया लाग रहे शरनाई ले हो आरती हो पुरख निरंजन सतगुर पूजो पाई सतगुर पूजो पाई ठंडा ब्रह्मा निगम बिचारे अलख ना लखिया तत तेल नाम किया बाती दीपक देह उजियारा जोत लाए जगदीश जगाया जोत लाए जगदीश जगाया पूजे पूजन पंचे शब्द अनाहत संगे सारंग पानी कबीर दास तेरी आरती कीनी कबीर दास तेरी आरती कीनी निरंकार निर्वाण गोपाल तेरा गोपाल जो जन तुमरी भगत करन के तिनके काज सवारता काल सीता मांगो कियो हमरा खुशी करे नित जियो पनिया शादन निका अनाज मगो सत सीका पैस मगो लावेरी एक ताजिन दुरी चंगेरी कर की गीहन चंगी जन तन्ना लेवे मंगी गोपाल गोपाल जाते प्रसन्न पए है महामुन देवन ताप में सुख पावे जग करे एक विदर पाप आप हरे मिल जान न लावे चल रे ताल मृदंगियों पंगद बाबनिए सुर साज मिलावे किन्नर गंधर्व गान करे गन जाचे पचर नृत दिखावे शंखन की तुन कंटन की कर फूलन की बर खाबर खावे आरती कोट करे सोर सुंदर पेख रंदर की बाली जावे दानत दक्षिण दिखे पर दक्षिण पाल में राम अच्युत लावे होत कुलाहल देवपुरी मिल देवन के कुल मंगल गावे हे रब हे सस हे करुणा नित मेरे आवे बिनती सुन दीजे और न मांगत हाँ तुम ती कछ चाहत चित में सोई कीजे
वस्त्रन स्योत ही जान पीतर जूझ साची पति जय संत सहाय सदा जग माए पाकर श्याम है बरदी जय सुया पाए गहे जब ते तुम तब ते को आँख तरी नहीं अन्यो राम रहीम पुराण कुरान अनेक कहे मत एक न मान्यो सिमरत शास्त्र वेद सब बह वेद हमें एक न जान्यो श्री यश पान कृपा तुम्हारी कर है न हो सब तोहे बखान्यो सगल द्वार को छाड़ के गहे तुहारो द्वार आएंगे की लाज ऐसे गोविंद दास तुम्हारे ऐसे चंड प्रताप ती देवन बड़े प्रताप तीन लोक जय जय करे धरे नाम सत जाप चतर चक्र बरती चतर चक्र भुगते अम्बर सुवंग सर्वदा सर्व जुगते कालं परणासी दयालं सरूपे सदायंग संगे आवं गंबे भूते कालं परणासी दयालं सरूपे गंदे भूते मेहरबान साहिब मेहरबान साहिब मेरा मेहरबान जी सगल को देदा मेहरबान साहिब मेहरबान साहिब मेरा मेहरबान मेहरबान साहिब मेहरबान साहिब मेरा मेहरबान जी सगल को देदा जी सगल को देदा मेहरबान साहिब मेहरबान साहिब मेरा मेहरबान मेहरबान साहिब मेहरबान साहिब मेरा मेहरबान
तू काहे डोले प्राणिया, तू काहे डोले प्राणिया, तुद राखेगा सिरजनहार। जिन पैदायश तू किया, जिन पैदायश तू किया, सोई दे आधार। सोई दे आधार, मेहरबान साहिब मेहरबान, साहिब मेरा मेहरबान, मेहरबान साहिब मेहरबान, साहिब मेरा मेहरबान। जिने उपाई मेदनी, सोई करदा सार। जिने उपाई मेदनी, सोई करदा सार। कट कट मालक दिलां का, कट कट मालक दिलां का, सच्चा परवतगार, सच्चा परवतगार, सच्चा परवतगार, सच्चा परवतगार। मेहरबान साहिब मेहरबान, साहिब मेरा मेहरबान, मेहरबान साहिब मेहरबान, साहिब मेरा मेहरबान। जी सगल को दे दान, जी सगल को, जी सगल को दे दान, जी सगल को, जी सगल को दे दान, जी सगल को दे दान। मेहरबान साहिब मेहरबान, साहिब मेरा मेहरबान, साहिब मेरा।
कुदरत कीम ना जानिए बड़ा बेपरवाह हो। कर बंदे तू बंदगी, कर बंदे तू बंदगी, जी चर कट में शाह। कर बंदे तू बंदगी, कर बंदे तू बंदगी, चिचर कट में शाहो। मेहरबान साहिब मेहरबान, साहिब मेरा मेहरबान, साहिब मेरा मेहरबान, मेहरबान साहिब मेरा मेहरबान। कर बंदे तू बंदगी, कर बंदे तू, कर बंदे, कर बंदे तू, कर बंदे तू बंदगी, कर बंदे तू बंदगी। वाहिगुरु 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 वाहिगुरु। वाहिगुरु 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 वाहिगुरु। वाहिगुरु 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 वाहिगुरु। कर बंदे तू बंदगी बंदगी, तू समरथ अकथ अगोचर जियो पिंड तेरी राह। रहमत तेरी सुख पाया सदा नानक की अरदा। तुध पावे ता नाम जपावे, सुख तेरा दिता लहिए। तुध पावे ता नाम जपावे, सुख तेरा दिता लहिए। रहमत तेरी सुख पाया सदा, रहमत तेरी सुख पाया सदा। नानक की अरदास, नानक की अरदास, सदा नानक की अरदास, सदा नानक की अरदास। मेहरबान सा मेहरबान,
साहिब मेरा मेहरबान मेहरबान साहिब मेहरबान साहिब मेरा मेहरबान साहिब मेरा मेहरबान साहिब मेरा मेहरबान जी सगल को दे दान 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 मेहरबान साहिब मेहरबान साहिब मेरा मेहरबान मेहरबान साहिब मेहरबान साहिब मेरा मेहरबान साहिब मेरा मेहरबान साहिब मेरा मेहरबान मेहरबान। राम कली महला तीजा आनंद को ओंकार सतगुर सतगुर प्रसाद आनंद पिया मेरी माए सतगुरु में पाया सतगुर का पाया सहज सिद्धि मन विद्या बधाइया राग रतन परवार परियां शब्द गावणियां दोता गाऊं हरि के राम रजनी बसाया कह नानक आनंद हुआ सतगुरु में पाया ए मन मेरे तू सदा रो हर नाले नार रो तू मन मेरे दुख सब विसारना अंगीकार करे तेरा कार्य सब सवारना अगला समरथ स्वामी सुख मन विसारे कह नानक मन मेरे सदा रो हर नाले साचे साहिबा क्या नहीं करते रे गाता तेरे सब चैन सुपावे सदा सित सलाह तेरी नाम मन बसावे नाम के मन से आवाज शब्द कनेरे कह नानक सच्चे साहिब क्या नहीं करते रे सच्चा नाम मेरा आधारो सच नाम आधार मेरा जिन भूखा सब गवाइया शांत मरे विचारे नेछा सब बुझाइया सता कुर्बान किता गुर बेटों जेदियां बड़ियां कह नानक सुन संत शब्द दुरो प्यारो सच्चा नाम मेरा आधारो बाजी बाजी शब्द कर सुभागे करिस भागे शब्द वाजे कला जिकर तारिया अंत संत बस किते काल कंटक मारिया तुर कर पाया तो जिनको से नाम हर के लागे कह नानक तिसको अत करे नेत बाजे अन सुनो बड़ भागियो सगल मनोर पूरे पार ब्रह्म पाया सगल सूरे दुख रो संताप उतरे सुनी सच्ची बाणी संत साजन भये सते पूरे गुर ते जाने सुनते पुनीत कहते पवेसा गुर रया परपुरे मेरे वंदनाथ पुर चरण लागे बाजी अनहद तुरे श्लोक पवन गुरु पाणी पिता माता तरत महत दिस रात दोय दाई दाया खेलै सगल जगत चंगियां बुरियां वाचे धर्म हदूर करमी आपो अपनी के नेड़े के दूर जिनी नाम ते आया मसगद घाट नानक ते मुख उजले खेती छुट्टी नार जिनी नाम ते आया गए मसकत घाट
ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।